पंथ दी अजीम शख्सियत, पंथ प्रसिद्ध विद्वान सत्कारयोग बाबा बंता सिंह जी मुंडा पिंड, मुखी संप्रदाय विधि चंद, भाई विधि चंद भी आपां कहंदे हां, बाबा विधि चंद भी कहंदे हां, क्योंकि जो सत्कार गुरु हरगोबिंद साहब जी दे बचनां ने दे दिता, उतना वड्डा सत्कार तो आपां कदी दे ही नहीं सकते। गल्लां छोटी हो जांदियां ने। जिथे कह ही देता विधि चंद छीना गुरु का सीना, बड़ी वड्डी गल हो गई। सो सत्कारयोग बाबा बंता सिंह जी सुंदर प्रमाण दे के सुंदर अंदाज विच कथा राही समझाउंदे ने। टिक के आनंद माणो। कुछ नित दियां बेनतियां जो करदे आ, 400 सालां नूं समर्पित जो सेवावां गुरुद्वारा सीसगंज साहब विखे आरंभ होईयां, कुछ संपूर्ण हो गईयां, कुछ हाले चल रहीआं हन। उन्हां सेवावां च तन मन धन नाल वध चढ़ के हिस्सा पाओ। गुरुद्वारा बाला साहब विखे जो गुरु हरकृष्ण हॉस्पिटल 125 बैड का आरंभ होण जा रहा है, उत्थे जो लोड़ां ने वेंटिलेटर बैड या साजो समान हॉस्पिटल का, उस सेवा दे विच हिस्सा पाओ। आओ टिक के कथा दा आनंद माणो। वाहिगुरू जी का खालसा, वाहिगुरू जी की फतेह। वाहिगुरू। गुर गोबिंद गोपाल गुर, गुर पूरन नारायण है। गुर दयाल समरथ गुर, गुर नानक पतत उदाहरण है। तिलक जंजू राखा प्रभु का, कीनो बड़ो कलूम है साका। साधन हेतु इति जिन करी, शीस दिया पर सीना उचरी। तेग बहादुर के चलतो, भयो जगत को शोक। है सब जग भयो, जय 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 सुर लोक। चबर छतर तखत दे मालक साहिब श्री गुरु ग्रंथ साहिब जी की पावन हजूरी विच सुभाईमान गुरु स्वरूप गुरु प्यारी खालसा साध संगत की फतेह प्रवान करो। वाहिगुरू जी का खालसा, वाहिगुरू जी की फतेह। धन धन श्री गुरु तेग बहादुर साहिब सच्चे पातशाह जी दे पावन शहीदी अस्थान गुरुद्वारा श्री शीशगंज साहिब दिल्ली विखे आप सरबत संगतां हाजरीन हो। बड़ी सहजता दे नाल ਗਿਆਨੀ हरनाम सिंह हुणा ने आप सरबत संगत नूं तुरकी बाणी दा फुरमान सरवण करवाया है। आओ इस पावन बाणी दी विचार नाल जुड़ करके अपने समय नूं जीवन नूं सफला करिए। सतनाम श्री वाहिगुरू साहिब जी। गौड़ी महला पंजवा। प्रभ मिलबे को प्रीत मन लागी,
ਪਾਏ ਲਗੋ ਮੋਹਿ ਕਰੋ ਬੇਨਤੀ, ਕਉ ਸੰਤ ਮਿਲੈ ਵੱਡ ਭਾਗੀ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਪਰਮੇਸ਼ਵਰ ਦੇ ਪਹਿਲੇ ਸਰਗੁਣ ਸਰੂਪ, ਉਸ ਬੁਲੰਦ ਹਸਤੀ ਦੇ ਪੰਜਵੇਂ ਜਾਮੇ ਗੁਰ ਅਰਜਨ ਪ੍ਰਤੱਖ ਹਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੌੜੀ ਰਾਗ ਦੇ ਅੰਦਰ ਇਹ ਲੋਕਾਈ ਦੇ ਭਲੇ ਹਿੱਤ ਫੁਰਮਾਨ ਕਰਦੇ ਨੇ। ਇਹ ਸ੍ਰੀ ਮੁਖਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ 204 ਅੰਗ ਉੱਪਰ ਦਰਜ ਹੈ। ਮਹਾਰਾਜ ਪਰਮਾਰਥ ਦੇ ਰਸਤੇ ਤੇ ਚੱਲੇ ਹੋਏ ਲੋਕਾਂ ਦੀ ਇੱਥੇ ਬਾਤ ਕਰਦੇ ਨੇ ਜੋ ਪਰਮਾਤਮਾ ਦੀ ਪ੍ਰਾਪਤੀ ਕਰਨਾ ਚਾਹੁੰਦੇ ਨੇ, ਔਰ ਉਹ ਨਿਤਾ ਪ੍ਰਤੀ ਇਹ ਅਰਦਾਸ ਕਰਦੇ ਨੇ, ਅਸੀਂ ਜਿਸ ਰਸਤੇ ਤੇ ਚੱਲੇ ਹਾਂ, ਜੋ ਉਸ ਰਸਤੇ ਤੇ ਚੱਲ ਕੇ ਮੰਜ਼ਲੇ ਮਕਸੂਦ ਤੱਕ ਪਰਮਾਤਮਾ ਤੱਕ ਪਹੁੰਚੇ ਆਏ, ਜੇ ਸਾਨੂੰ ਐਸਾ ਪੁਰਸ਼ ਮਿਲ ਜਾਵੇ ਸਾਡੇ ਲਈ ਉਹ ਮਾਰਗਦਰਸ਼ਕ ਕਰੇਗਾ, ਸਾਡੇ ਲਈ ਸੁਖਾਲਾ ਹੋਵੇਗਾ ਰੱਬ ਤਾਈਂ ਪਹੁੰਚਣਾ। ਇਹ ਅਰਦਾਸ ਹੁੰਦੀ ਹੈ ਜਗਿਆਸੂ ਦੀ ਪਰਮਾਤਮਾ ਅੱਗੇ। ਮਹਾਰਾਜ ਜਗਿਆਸੂ ਦੇ ਅੰਦਰ ਦੀ ਭਾਵਨਾ ਪ੍ਰਗਟ ਕਰਦੇ ਨੇ, ਪ੍ਰਭ ਮਿਲਬੇ ਕਉ ਪ੍ਰੀਤ ਮਨ ਲਾਗੀ। ਹੇ ਸੰਗੀਓ ਸਾਥੀਓ, ਜਗਿਆਸੂ ਆਪਣੇ ਸੱਜਣਾ ਨੂੰ ਕਹਿੰਦਾ ਹੈ, ਉਹ ਜਿਹੜਾ ਪ੍ਰਭ ਹੈ ਨਾ, ਪ੍ਰਭਤਾ ਦੇ ਸਹਿਤ, ਵਡਿਆਈ ਦੇ ਸਹਿਤ, ਜੋ ਸੁਆਮੀ ਹੈ, ਮਾਲਕ ਹੈ, ਉਹਦੇ ਨਾਲ ਮਿਲਬੇ, ਇਹਦਾ ਭਾਵ ਹੈ ਮੁਲਾਕਾਤ, ਸੰਗਮ, ਮਿਲਾਪ ਹੋ ਜਾਵੇ। ਇਹ ਕਹਿੰਦੇ ਮੇਰੇ ਅੰਦਰ ਪ੍ਰੀਤ ਜਾਗੀ ਹੋਈ ਹੈ, ਮੁਹੱਬਤ ਜਾਗੀ ਹੋਈ ਹੈ, ਪ੍ਰੇਮ ਜਾਗਿਆ ਹੋਇਆ ਹੈ, ਪਰਮਾਤਮਾ ਮੈਨੂੰ ਮਿਲ ਪਵੇ। ਦੇਖੋ, ਅਸੀਂ ਜਦੋਂ ਵੀ ਪਰਮਾਤਮਾ ਦੇ ਦਰ ਤੇ ਆਉਂਦੇ ਹਾਂ, ਪਦਾਰਥਾਂ ਦੀ ਇੱਛਾ ਲੈ ਕੇ ਹੀ ਆਉਂਦੇ ਹਾਂ। ਮਹਾਰਾਜ ਮਨਾਹੀ ਨਹੀਂ ਕਰਦੇ ਵੀ ਤੁਸੀਂ ਆਪਣੇ ਪਿਤਾ ਤੋਂ, ਬਾਪੂ ਤੋਂ ਕੁਝ ਮੰਗੋ ਨਾ, ਪਰ ਕਹਿੰਦੇ ਕਦੇ ਬਾਪੂ ਵੀ ਮੰਗ ਲਿਆ ਕਰ, ਕਦੇ ਪਰਮਾਤਮਾ ਨੂੰ ਵੀ ਮੰਗ ਲਿਆ ਕਰ, ਕਦੇ ਉਹਦੇ ਦਰਸ਼ਨ ਵੀ ਮੰਗ ਲਿਆ ਕਰ। ਫਿਰ ਕਹਿੰਦੇ ਪਦਾਰਥਾਂ ਦਾ ਮੰਗਣਾ ਮੁੱਕ ਜਾਵੇਗਾ, ਰਾਜਾ ਜਾਵੇਗਾ। ਕਿਉਂ ਦਰਸ਼ਨ ਕਰਨੇ ਨੇ? ਰਾਜ ਮਿਲਖ ਅਰ ਬਹੁਤ ਫੁਰਮਾਇਸ, ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ। ਕਹਿੰਦੇ ਤੁਸੀਂ ਰਾਜ ਮੰਗ ਲਓ ਦੇਸ਼ ਦਾ, ਪ੍ਰਭੂ ਕੋਲੋਂ ਤੁਸੀਂ ਭੋਏ ਦੀ ਧਰਤੀ ਦੀ ਮਾਲਕੀ ਮੰਗ ਲਵੋ, ਉਹ ਦੇ ਦੇਵੇਗਾ। ਪਰ ਮਨ ਨੂੰ ਪੁੱਛੋ ਵੀ ਇਹ ਫਰਮਾਇਸ਼ ਪੂਰੀ ਹੋਣ ਤੇ ਰੱਜ ਆਵੇਗਾ? ਕਹਿੰਦੇ ਨਹੀਂ, ਇੱਕ ਦੇਸ਼ ਮੰਗਿਆ ਹੈ, ਕੱਲ ਨੂੰ ਦੂਜਾ ਮੰਗੋਗੇ ਤੁਸੀਂ। ਅੱਜ 100 ਰੁਪਈਆ ਮੰਗਿਆ ਹੈ, ਕੱਲ ਨੂੰ 1000 ਮੰਗੋਗੇ। ਇਹ ਅੱਗ ਕਦੇ ਬੁਝਣੀ ਨਹੀਂ ਹੈ। ਜਿਹਦੇ ਕੋਲ ਅੱਜ ਲੱਖ ਹੈ, ਉਹ ਕਰੋੜਪਤੀ ਬਣਨਾ ਚਾਹੁੰਦਾ ਹੈ। ਖਾਣੀਆਂ 2 ਰੋਟੀਆਂ ਹੀ ਨੇ। ਜਿਹੜੇ ਕਰੋੜਪਤੀ ਨੇ ਅੱਜ ਉਹ ਸਾਰੇ ਦੇਸ਼ ਨੂੰ ਲੁੱਟ ਕੇ ਖਾ ਰਹੇ ਨੇ। ਇਹ ਰੱਜ ਨਹੀਂ ਆਉਂਦਾ। ਸਰਕਾਰਾਂ ਵੱਲ ਵੇਖੋ, ਪੂੰਜੀਪਤੀਆਂ ਵੱਲ ਵੇਖੋ, ਕਿਰਤ ਕਰਕੇ, ਮਿਹਨਤ ਮਜ਼ਦੂਰੀ ਕਰਕੇ ਖਾਣ ਵਾਲੇ ਕਿਸਾਨ, ਦਿਹਾੜੀਦਾਰ, ਇਹ ਉਹਨਾਂ ਦਾ ਵੀ
ਜਿਤਨਾ ਸਰਮਾਇਆ ਹੈ ਹੜੱਪਣ ਲਈ ਤਿਆਰ ਬੈਠੇ ਨੇ। ਇਹ ਲੋਭ ਵਿੱਚ ਬੰਦਾ ਕਦੇ ਵੀ ਰੱਜਦਾ ਨਹੀਂ ਹੈ, ਤੇ ਜਿਹੜਾ ਲੋਭ ਵਿੱਚ ਹਲਕਿਆ ਹੋਵੇ ਨਾ ਗੈਰਾਂ ਨੂੰ ਹੀ ਬਖਸ਼ਦਾ ਹੈ, ਨਾ ਆਪਣਿਆਂ ਨੂੰ ਹੀ, ਸਭ ਨੂੰ ਹੀ ਵੱਢੇਗਾ ਉਹ। ਮਹਾਰਾਜ ਕਹਿੰਦੇ ਨੇ ਤੇਰੀ ਫਰਮਾਇਸ਼ ਪੂਰੀ ਹੋ ਗਈ, ਪਰ ਯਾਦ ਰੱਖੀ ਮਨ ਤੇਰਾ ਧਰਾਪੇਗਾ ਨਹੀਂ, ਰੱਜੇਗਾ ਨਹੀਂ, ਤ੍ਰਿਸ਼ਨਾ ਮੁੱਕੇਗੀ ਨਹੀਂ। ਲੱਕੜਾਂ ਪਾਉਣ ਨਾਲ ਅੱਗ ਬੁਝ ਨਹੀਂ ਚੱਲੀ, ਇਹ ਵਧੇਗੀ। 2-4 ਲੱਕੜਾਂ ਸੁੱਟੋ, ਅੱਗ ਬਲ ਰਹੀ ਹੈ। 1 ਕੁਇੰਟਲ ਲੱਕੜਾਂ ਸੁੱਟੋ, ਇਹ ਬੜਾਵਾ ਹੋਵੇਗਾ, ਤਪਸ਼ ਵਿੱਚ ਕੋਈ ਘਟਣ ਨਹੀਂ ਲੱਗੀ। ਜਿਹੜਾ 100 ਕਮਾਉਂਦਾ ਹੈ ਨਾ, ਉਹਦੀ ਭੁੱਖ ਛੋਟੀ ਹੈ, ਤ੍ਰਿਸ਼ਨਾ ਘੱਟ ਹੈ, ਉਹਨੂੰ ਆਸ ਹੈ 200 ਮਿਲ ਜਾਵੇ। ਲੱਖ ਵਾਲੇ ਦੀ ਤ੍ਰਿਸ਼ਨਾ ਵੀ ਬਹੁਤੀ ਭੜਕੀ ਹੋਈ ਹੈ, ਉਹ ਫਲ ਬਹੁਤਾ ਚਾਹੁੰਦਾ ਹੈ, ਤੇ ਕਰੋੜ ਵਾਲਾ ਤੇ ਅਰਬੀ ਖਰਬੀ ਹੋਣਾ ਚਾਹੁੰਦਾ ਹੈ। ਮਨ ਕਦੇ ਰੱਜਦਾ ਨਹੀਂ ਹੈ। ਸਤਿਪੁਰਸ਼ ਤਾਂ ਪਰਮਾਤਮਾ ਨੂੰ ਮੰਗਦੇ ਨੇ, ਕਹਿੰਦੇ ਬਿਨ ਮਿਲਬੈ ਇਹੋ ਦਿਨ ਨਾ ਬਿਹਾਵੈ, ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ। ਪਰਮਾਤਮਾ ਮਿਲ ਜਾਵੇ, ਤ੍ਰਿਸ਼ਨਾ ਦੀ ਅੱਗ ਏਦਾਂ ਬੁਝਦੀ ਹੈ ਜਿਵੇਂ ਪ੍ਰਤੱਖ ਅੱਗ ਦੇ ਉੱਤੇ ਪਾਣੀ ਦੇ ਛਿੱਟੇ ਮਾਰੀਏ ਤੇ ਬੁਝ ਜਾਂਦੀ ਹੈ। ਪਰਮਾਤਮਾ ਮਿਲ ਜਾਵੇ ਤੇ ਫਿਰ ਹੀ ਆਪਾਂ ਰੱਜਾਂਗੇ, ਤੇ ਪਰਮਾਤਮਾ ਫਿਰ ਉਹਨਾਂ ਨੂੰ ਮਿਲਦਾ ਹੈ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਹੜੇ ਇਤਨੀ ਕੁ ਅੰਦਰ ਪ੍ਰਾਪਤੀ ਦੀ ਤੀਬਰ ਇੱਛਾ ਪੈਦਾ ਕਰਨ, ਜਿਵੇਂ ਕਿਸੇ ਭੁੱਖੇ ਨੂੰ ਭੋਜਨ ਦੀ ਇੱਛਾ ਹੈ, ਪਿਆਸੇ ਨੂੰ ਪਾਣੀ ਦੀ ਇੱਛਾ ਹੈ। ਕਹਿੰਦੇ ਜਿਹੜੇ ਇਛੁਕ ਨੇ ਉਹਦੀ ਪ੍ਰਾਪਤੀ ਦੇ, ਉਹ ਕਹਿੰਦੇ ਇੱਕ ਪਲ ਵੀ ਜੁਗਾਂ ਵਾਂਗੂ ਲੰਘ ਰਿਹਾ ਹੈ। ਤੇ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ, ਕਹਿੰਦੇ ਉਹਨਾਂ ਸੁਖ ਪਾਇਆ, ਉਹਨਾਂ ਦੀ ਤ੍ਰਿਸ਼ਨਾ ਮਿਟ ਗਈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਐਸੀ ਇੱਛਾ ਆਪਣੇ ਅੰਦਰ ਪੈਦਾ ਕਰ। ਭਗਤਾਂ ਨੇ ਨਾ ਉਦਾਹਰਨਾਂ ਕੁਝ ਬਾਣੀ ਵਿੱਚ ਦਿੱਤੀਆਂ ਨੇ। ਮਾਰਵਾੜ ਜੈਸੇ ਨੀਰ ਬਾਲਹਾ, ਬੇਲ ਬਾਲਹਾ ਕਰਹਲਾ। ਇਸ ਉਦਾਹਰਣ ਨੂੰ ਸਮਝੋ। ਮਾਰਵਾੜ ਤੋਂ ਭਾਵ ਜੋ ਥਲੀ ਦਾ ਦੇਸ਼ ਹੈ, ਜੋ ਥਲ ਦਾ ਇਲਾਕਾ ਹੈ, ਜਿੱਥੇ ਰੇਗਿਸਤਾਨ ਹੈ। ਕਹਿੰਦੇ ਜੈਸੀ ਇੱਛਾ ਰੇਗਿਸਤਾਨ ਨੂੰ ਪਾਣੀ ਦੀ ਹੈ, ਉੱਥੋਂ ਦੇ ਵਸਨੀਕਾਂ ਨੂੰ ਪਾਣੀ ਦੀ ਹੈ, ਐਸੀ ਹੀ ਇੱਛਾ ਪਿਆਸ ਪਰਮਾਤਮਾ ਦੀ ਮੈਨੂੰ ਹੈ। ਕਹਿੰਦੇ ਦੇਖੋ, ਜਿਵੇਂ ਕੁਰੰਕ ਨੂੰ ਨਾਦ ਬੜਾ ਪਿਆਰਾ ਹੈ। ਕੁਰੰਕ ਮ੍ਰਿਗ ਨੂੰ ਕਿਹਾ ਜਾਂਦਾ ਹੈ। ਉਹਨੂੰ ਘੰਡਾ ਹੇੜਾ ਬੜਾ ਪਿਆਰਾ ਹੁੰਦਾ ਹੈ। ਘੰਡੇ ਹੇੜੇ ਦਾ ਜੋ ਸਾਊਂਡ ਹੈ ਨਾ, ਜੋ ਧਵਨੀ ਹੈ, ਆਵਾਜ਼ ਹੈ, ਉਹਨੂੰ ਮੋਹਦੀ ਹੈ। ਘੰਡਾ ਹੇੜਾ ਇੱਕ ਸਾਜ਼ ਬਣਾਉਂਦੇ ਨੇ ਸ਼ਿਕਾਰੀ, ਘੜਾ ਲੈ ਕੇ, ਤੇ ਘੜੇ ਦੇ ਉੱਪਰ ਤਬਲੇ ਵਾਂਗੂ ਖਲ ਵਲੇਟ ਲੈਂਦੇ ਨੇ। ਉਹ ਖਲ ਵਿੱਚ ਛੇਕ ਕਰਦੇ ਨੇ, ਤੇ ਕੋਈ ਪੰਖ ਲੈ ਕੇ ਉਸ ਛੇਕ ਵਿੱਚ ਫੇਰਦੇ ਨੇ, ਉੱਪਰ ਠਾਂ ਕਰਦੇ ਨੇ। ਉਹ 'ਚੋਂ ਇੱਕ ਆਵਾਜ਼ ਪ੍ਰਗਟ ਹੁੰਦੀ ਹੈ। ਉਸ ਸਾਜ਼ ਨੂੰ ਘੰਡਾ ਹੇੜਾ ਕਹਿੰਦੇ ਨੇ। ਉਹ ਜਿਵੇਂ ਜਿਵੇਂ ਸਾਜ਼ ਵਜਾਉਂਦੇ ਨੇ, ਹਿਰਨ ਨਜ਼ਦੀਕ ਆਉਂਦਾ ਹੈ, ਕਿਉਂਕਿ ਉਹਦੇ ਕੰਨਾਂ ਨੂੰ ਚਸਕਾ ਬੜਾ ਉਸ ਸਾਜ਼ ਦਾ। ਤੇ ਜਦੋਂ ਐਨ ਕਰੀਬ ਪਹੁੰਚ ਜਾਂਦਾ ਹੈ ਤੇ ਸ਼ਿਕਾਰੀ ਫਿਰ ਉਹਦਾ ਸ਼ਿਕਾਰ ਕਰ ਲੈਂਦਾ ਹੈ। ਜਿਵੇਂ ਘੰਡੇ ਹੇੜੇ ਦੀ ਆਵਾਜ਼ ਦੀ ਖਾਤਰ ਮ੍ਰਿਗ ਜਾਨ ਵਾਰ ਦਿੰਦਾ ਹੈ, ਰੇਗਿਸਤਾਨ ਵਿੱਚ ਰਹਿਣ ਵਾਲਾ ਪਾਣੀ ਲਈ ਉਤਾਵਲਾ ਹੈ, ਮਰਦਾ ਹੈ। ਪਰਮੇਸ਼ਵਰ ਦੇ ਨਾਮ ਲਈ ਜਿਹੜੇ ਸਤਿਪੁਰਸ਼ ਨੇ ਇਉਂ ਮਰਦੇ ਨੇ। ਐਸਾ ਤੇ ਹੈ ਪਰਮਾਤਮਾ ਦੇ ਨਾਮ ਨਾਲ ਉਹਨਾਂ ਨੂੰ। ਹੋਰ ਵੀ ਬੇਅੰਤ ਉਦਾਹਰਨਾਂ ਨੇ। ਮਹਾਰਾਜ ਕਹਿੰਦੇ ਨੇ ਜਿਉਂ ਧਰਣੀ ਕਹੋ
ਇੰਦਰ ਬਾਲਹਾ ਕੁਸਮ ਬਾਸ ਜੈਸੇ ਭਵਰਲਾ। ਹੁਣ ਧਰਤੀ ਜਿਹੜੀ ਹੈ, ਜੇ ਵਰਖਾ ਹੋਵੇ ਹੀ ਨਾ ਤੇ ਵਨਸਪਤੀ ਕਿਵੇਂ ਪੈਦਾ ਹੋਵੇਗੀ, ਅਨਾਜ ਕਿਵੇਂ ਪੈਦਾ ਹੋਵੇਗਾ। ਧਰਤੀ ਹਰੀ ਭਰੀ ਨਹੀਂ ਹੋ ਸਕਦੀ। ਧਰਤੀ ਨੂੰ ਵਰਖਾ ਦੀ ਲੋੜ ਹੈ, ਜਿਵੇਂ ਧਰਤੀ ਲੋਚਦੀ ਹੈ ਵੀ ਵਰਖਾ ਹੋਵੇ। ਇਸੇ ਤਰ੍ਹਾਂ ਹੀ ਜਿਹੜੇ ਸਤਿਪੁਰਸ਼ ਨੇ ਉਹ ਪਰਮਾਤਮਾ ਦੇ ਨਾਮ ਦੀ ਵਰਖਾ ਚਾਹੁੰਦੇ ਨੇ। ਜਿਵੇਂ ਪ੍ਰਤੱਖ ਮੀਂਹ ਦੇ ਪਿਆਂ ਧਰਤੀ ਤੇ ਵਨਸਪਤੀ ਫਲ ਫੁੱਲ ਪੈਦਾ ਹੋਏ, ਸਤਿਪੁਰਸ਼ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੀ ਵਰਖਾ ਨਾਲ ਸਤ ਸੰਤੋਖ ਦਇਆ ਧਰਮ ਰੂਪੀ ਵਨਸਪਤੀ ਮਨ ਰੂਪੀ ਧਰਤੀ ਤੇ ਪ੍ਰਗਟ ਹੁੰਦੀ ਹੈ, ਚੰਗੇ ਗੁਣ ਪ੍ਰਗਟ ਹੁੰਦੇ ਨੇ। ਇੱਕ ਉਦਾਹਰਣ ਹੋਰ ਦਿੱਤੀ ਹੈ, ਕਹਿੰਦੇ ਜਿਵੇਂ ਭੌਰਾ ਫੁੱਲ ਦੇ ਉੱਪਰ ਬਹਿੰਦਾ ਹੈ, ਸੁਗੰਧੀ ਮਾਨਣ ਦਾ ਬੜਾ ਸ਼ੌਕੀਨ ਹੈ। ਭੌਰਾ ਆਪਣੀ ਜਾਨ ਤੱਕ ਵਾਰ ਦਿੰਦਾ ਹੈ ਸੁਗੰਧੀ ਦੇ ਪਿੱਛੇ। ਜਦੋਂ ਸੂਰਜ ਚੜ੍ਹੇ ਨਾ ਤੇ ਕਦੇ ਤਲਾਬ ਤੇ ਧਿਆਨ ਨਾਲ ਨਜ਼ਰ ਦੌੜਾਇਓ, ਕਮਲ ਦਾ ਫੁੱਲ ਜੋ ਮੁਰਝਾਇਆ ਪਿਆ ਸੀ ਉਹ ਖਿੜ ਉੱਠਦਾ ਹੈ। ਭੌਰਾ ਉਹਦੀ ਸੁਗੰਧੀ ਮਾਨਣ ਦੀ ਉਹਦੇ 'ਚ ਬਹਿ ਜਾਂਦਾ ਹੈ। ਸੂਰਜ ਦੇ ਛਿਪਣ ਦਾ ਸਮਾਂ ਹੋ ਗਿਆ, ਸ਼ਾਮਾਂ ਗਈਆਂ ਪੈ, ਐਸਾ ਰੁੱਝਿਆ ਸੁਗੰਧੀ ਮਾਨਣ ਵਿੱਚ ਧਿਆਨ ਨਾ ਰਿਹਾ। ਸੂਰਜ ਛਿਪ ਗਿਆ, ਅਸਤ ਹੋ ਗਿਆ ਤੇ ਉਹ ਕਮਲ ਦੇ ਫੁੱਲ ਨੇ ਪੰਖੜੀਆਂ ਸੰਕੋਚ ਲਈਆਂ, ਸਮੇਟ ਲਈਆਂ, ਭੌਰਾ ਵਿੱਚੇ ਰਹਿ ਗਿਆ। ਅਗਲੀ ਸਵੇਰ ਚੜ੍ਹੀ, ਸੂਰਜ ਉਦੇ ਹੋਇਆ, ਪੰਖੜੀਆਂ ਕੌਲ ਫੁੱਲ ਨੇ ਖੋਲੀਆਂ ਤੇ ਭੌਰਾ ਮੋਇਆ ਪਿਆ ਸੀ। ਜਿਵੇਂ ਭੌਰਾ ਖੁਸ਼ਬੋਈ ਲਈ ਆਪਾ ਵਾਰਦਾ ਹੈ ਪਰਮਾਤਮਾ, ਇਸ ਪ੍ਰਕਾਰ ਦੇ ਨਾਲ ਤੇਰੇ ਲਈ ਆਪਾ ਵਾਰਨ ਲਈ ਤਿਆਰ ਹਾਂ। ਅੱਗੇ ਕਹਿੰਦੇ ਨੇ ਜਿਉਂ ਕੋਕਿਲ ਕਉ ਅੰਬ ਬਾਲਹਾ, ਤਿਉਂ ਮੇਰਾ ਮਨ ਰਾਮਈਆ। ਜਿਸ ਤਰ੍ਹਾਂ ਕੋਇਲ ਨੂੰ ਅੰਬ ਦਾ ਬ੍ਰਿਸ਼ ਬੜਾ ਪਿਆਰਾ ਹੁੰਦਾ ਹੈ, ਚਕੋਰ ਨੂੰ ਚੰਨ ਬੜਾ ਪਿਆਰਾ ਹੁੰਦਾ ਹੈ, ਮੱਛੀ ਨੂੰ ਜਲ ਬੜਾ ਪਿਆਰਾ ਹੈ, ਐਸੀ ਇੱਛਾ ਸਾਡੇ ਅੰਦਰ ਤੇਰੇ ਪ੍ਰਤੀ ਹੈ। ਐਸਾ ਪ੍ਰੇਮ ਅਸੀਂ ਤੇਰੇ ਨਾਲ ਕਰਦੇ ਹਾਂ। ਤੇ ਜਿਵੇਂ ਇੱਕ ਪਿਆਸੇ ਨੂੰ ਜਲ ਛਕ ਕੇ ਆਨੰਦ ਮਿਲਦਾ ਹੈ, ਕੋਇਲ ਨੂੰ ਅੰਬ ਦੇ ਰੁੱਖ ਤੇ ਆਨੰਦ ਮਿਲਦਾ ਹੈ, ਚਕੋਰ ਨੂੰ ਚੰਦ ਵੇਖ ਕੇ ਆਨੰਦ ਮਿਲਦਾ ਹੈ, ਭੁੱਖੇ ਨੂੰ ਭੋਜਨ ਵੇਖ ਕੇ ਆਨੰਦ ਮਿਲਦਾ ਹੈ। ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ, ਐਸਾ ਆਨੰਦ ਸਾਨੂੰ ਮਿਲੇਗਾ, ਤੂੰ ਪ੍ਰਾਪਤ ਹੋ ਜਾ। ਸਰਬ ਸੁਖ ਪ੍ਰਾਪਤ ਹੋ ਜਾਂਦੇ ਨੇ ਅਗਰ ਪ੍ਰਮਾਤਮਾ ਮਿਲ ਜਾਵੇ। ਮਹਾਰਾਜ ਕਹਿੰਦੇ ਨੇ ਜਿਸ ਸਿਮਰਤ ਮਨ ਹੋਤ ਆਨੰਦਾ, ਉਤਰ ਹੈ ਮਨੋਂ ਜੰਗੀਲਾ, ਮਿਲਬੇ ਕੀ ਮਹਿਮਾ ਵਰਣ ਨਾ ਸਾਕੋ ਨਾਨਕ ਪਰੈ ਪਰੀਲਾ। ਕਿੰਨੀ ਕੁ ਵਡਿਆਈ ਹੈ ਪਰਮਾਤਮਾ ਨੂੰ ਮਿਲਣ ਦੀ। ਅਸਲ ਵਿੱਚ ਮਹਾਰਾਜ ਕਹਿੰਦੇ ਨੇ ਤੂੰ ਮਿਲ ਪਵੇਂ, ਜਨਮਾਂ ਜਨਮੰਤਰਾਂ ਦੀ ਭੁੱਖ ਮਿਟਦੀ ਹੈ, ਪਾਪ ਮਿਟਦੇ ਨੇ, ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਔਰ ਇਹ ਜ਼ੁਬਾਨ ਕਿਸੇ ਕੋਲ ਹੈ ਨਹੀਂ ਵੀ ਸਮੁੱਚੀ ਵਡਿਆਈ ਤੇਰੇ ਮਿਲਣ ਦੀ ਕੋਈ ਬਿਆਨ ਕਰ ਸਕੇ। ਇਹ ਹਾਲਤ ਤੇ ਉਹ ਹੈ ਵੀ ਗੁੰਗਾ ਮਠਿਆਈ ਖਾ ਕੇ ਆਨੰਦਿਤ ਹੋ ਜਾਂਦਾ ਪਰ ਬਿਆਨ ਨਹੀਂ ਕਰ ਸਕਦਾ। ਐਸੀ ਬਖਸ਼ਿਸ਼, ਐਸਾ ਆਨੰਦ ਪ੍ਰਾਪਤ ਹੁੰਦਾ ਹੈ ਜਿਹੜੇ ਤੇਰੀ ਪ੍ਰਾਪਤੀ ਕਰ ਲੈਂਦੇ ਨੇ। ਦਾ ਗ੍ਰੇਟ ਆਨਰ ਆਫ ਮੀਟਿੰਗ ਦਾ ਲਾਰਡ ਕੈਨਟ ਬੀ ਡਿਸਕ੍ਰਾਈਬਡ। ਇਹ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਐਸਾ ਆਨੰਦ ਹੈ ਉਹਦੀ ਪ੍ਰਾਪਤੀ ਦਾ। ਜਗਿਆਸੂ ਦੂਸਰੇ ਸੰਗੀ ਸਾਥੀ ਨੂੰ ਇਹ ਕਹਿ ਰਿਹਾ ਹੈ, ਪ੍ਰੀਤ ਪ੍ਰਗਟ ਹੋਈ ਹੈ ਅੰਦਰ ਪਰਮਾਤਮਾ ਦੇ ਮਿਲਣ ਦੀ। ਹੁਣ ਉਹ ਮਿਲਦਾ ਕਿਹਨਾਂ ਦੇ ਰਾਹੀਂ ਹੈ, ਉਹਦੀ ਖੋਜ ਕੀਤੀ ਜਾ ਰਹੀ ਹੈ। ਉਹਨਾਂ ਪੁਰਸ਼ਾਂ ਨੂੰ ਖੋਜਿਆ ਜਾ ਰਿਹਾ ਹੈ
ਤੇ ਇੱਕ ਜਗਿਆਸੂ ਰੂਪ ਇਸਤਰੀ ਦੂਜੇ ਨੂੰ ਕਹਿੰਦੀ, ਭੈਣੇ ਤੂੰ ਹੀ ਦੱਸ, ਕੋਈ ਐਸਾ ਮਹਾਂਪੁਰਸ਼ ਮਿਲ ਜਾਵੇ ਜੋ ਪਹੁੰਚਿਆ ਹੈ ਪਰਮਾਤਮਾ ਤਾਈਂ, ਕੋਈ ਐਸੀ ਖੁਦਾਇਆ ਦੀ ਸੁਹਾਗਣ ਮਿਲੇ ਜਿਹੜੀ ਪਹੁੰਚੀ ਹੈ ਪਰਮਾਤਮਾ ਤਾਈਂ, ਉਹਨੂੰ ਪੁੱਛਾਂ ਕਿਹੜੇ ਗੁਣਾਂ ਨਾਲ ਖਸਮ ਰੀਝਦਾ ਹੈ, ਅਕਾਲ ਪੁਰਖ ਰੀਝਦਾ ਹੈ। ਅਗਲੇ ਅਲਫਾਜ਼ ਨੇ ਗੁਰੂ ਅਰਜਨ ਸਾਹਿਬ ਦੇ, ਪਾਏ ਲਗੋ ਮੋਹਿ ਕਰੋ ਬੇਨਤੀ, ਕਉ ਸੰਤ ਮਿਲੈ ਵੱਡ ਭਾਗੀ। ਕਹਿੰਦੇ ਵੱਡਿਆਂ ਭਾਗਾਂ ਵਾਲਾ ਕੋਈ ਸੰਤ ਜੋ ਪਰਮਾਤਮਾ ਨੂੰ ਮਿਲਿਆ ਹੈ, ਉਹ ਮੈਨੂੰ ਮਿਲੇ ਤੇ ਮੈਂ ਉਹਦੇ ਚਰਨਾਂ ਵਿੱਚ ਪ੍ਰਣਾਮ ਕਰਾਂ, ਨਮਸਕਾਰ ਕਰਾਂ, ਵਿਨੈ ਕਰਾਂ, ਪ੍ਰਾਰਥਨਾ ਕਰਾਂ, ਬੇਨਤੀ ਕਰਾਂ। ਵਡਭਾਗੀ ਸੰਤ ਇਸ ਲਈ ਕਿਹਾ ਹੈ, ਜਿਹਨੂੰ ਪਰਮਾਤਮਾ ਮਿਲ ਜਾਵੇ ਉਹਦੇ ਨਾਲੋਂ ਵੱਡੇ ਭਾਗ ਕਿਸੇ ਦੇ ਨਹੀਂ, ਖੁਸ਼ ਨਸੀਬ ਉਹਦੇ ਨਾਲੋਂ ਵੱਡਾ ਕੋਈ ਵੀ ਨਹੀਂ ਹੈ। ਸੰਤ ਦਾ ਮਤਲਬ ਹੁੰਦਾ ਹੈ ਜੋ ਬੀਤ ਰਾਗ ਮਹਾਤਮਾ ਹੈ, ਭਾਵ ਸ਼ਾਂਤ ਹੈ, ਜਿਹਦੇ ਇੰਦਰੇ ਸ਼ਾਂਤ ਨੇ। ਇਹ ਅੱਖਾਂ, ਇਹ ਨੱਕ, ਨਾਸਕਾ, ਇਹ ਕੰਨ, ਹੱਥ, ਪਾਕ, ਚਰਨ ਜਿਹਦੇ ਹੁਕਮ ਵਿੱਚ ਨੇ, ਮਨ ਜਿਹਦਾ ਆਗਿਆ ਵਿੱਚ ਹੈ। ਸਾਡਾ ਮਨ ਆਗਿਆ ਵਿੱਚ ਨਹੀਂ ਹੈ। ਬੈਠੇ ਅਸੀਂ ਗੁਰੂ ਘਰ ਹੁੰਨੇ, ਕਥਾ ਕੀਰਤਨ ਸੁਣਦੇ, ਲੱਖ ਯਤਨ ਕਰੀਏ ਮਨ ਵੀ ਨਾਲ ਬਹਿ ਜਾਵੇ, ਇਹ ਕਿਧਰੇ ਹੋਰ ਕਾਰੋਬਾਰਾਂ 'ਚ ਉਡਾਰੀ ਲਾਈ ਫਿਰਦਾ ਹੈ। ਸੰਤੋ ਜਿਹਦਾ ਮਨ ਕਾਬੂ ਵਿੱਚ ਹੈ, ਸੰਤੋ ਜਿਹਦੇ ਇੰਦਰੇ ਸ਼ਾਂਤ ਨੇ, ਸੰਤੋ ਜਿਨ੍ਹੇ ਨਾਮ ਰਸ ਦੀ ਵਰਖਾ ਨਾਲ ਤ੍ਰਿਸ਼ਨਾ ਦੀ ਅੱਗ ਬੁਝਾਈ ਹੈ, ਵਿਕਾਰਾਂ ਦੀ ਅੱਗ ਬੁਝਾਈ ਹੈ, ਉਹਨੂੰ ਸੰਤ ਕਿਹਾ ਜਾਂਦਾ ਹੈ, ਮਹਾਂਪੁਰਸ਼ ਕਿਹਾ ਜਾਂਦਾ ਹੈ। ਔਰ ਇਹ ਵਿਕਾਰਾਂ ਦੀ ਤ੍ਰਿਸ਼ਨਾ ਦੀ ਅੱਗ ਨਾਮ ਨਾਲ ਮਿਟਦੀ ਹੈ। ਔਰ ਨਾਮ ਇਹ ਨਹੀਂ ਵੀ 2-4 ਮਿੰਟ ਜਪ ਲਿਆ ਤੇ ਇਹ ਅੱਗ ਮਿਟ ਜਾਵੇਗੀ, ਨਹੀਂ। ਤੁਸੀਂ ਸ਼ੁਰੂ ਕਰੋ 2-4 ਮਿੰਟ ਤੋਂ, ਹੌਲੀ ਹੌਲੀ ਰਸ ਆਉਣ ਲੱਗੇਗਾ। ਹੁਣ ਤ੍ਰਿਸ਼ਨਾ ਦੀ ਅੱਗ, ਵਿਕਾਰਾਂ ਦੀ ਅੱਗ ਕਿਵੇਂ ਮਿਟੀ ਸਾਧੂਆਂ ਦੀ, ਕਿਵੇਂ ਮਨ ਨੂੰ ਸਾਧਿਆ, ਕਿਵੇਂ ਇੰਦਰੇ ਕਾਬੂ ਵਿੱਚ ਹੋਏ। ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਹਰ ਸਾਹ ਨਾਲ, ਹਰ ਬੁਰਕੀ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ, ਸੰਤ ਉਹ ਨੇ। ਇਤਨਾ ਨਾਮ ਜਪਿਆ ਮਨ ਕਾਬੂ ਚਾਵੇਗਾ। ਤੁਸੀਂ ਘੜੀ ਕ ਹਾਥੀ ਨੂੰ ਖੁੱਲਿਆਂ ਛੱਡ ਦਿਓ ਨਾ, ਕੁੰਡਾ ਨਾ ਰੱਖੋ ਉਹਦੇ ਸਿਰ ਤੇ ਉਹ ਵਾਰਾਗਰਦੀ ਕਰੇਗਾ, ਉਹ ਜੰਗਲ ਦੇ ਵਿੱਚ ਹੁੜਦਮ ਮਚਾ ਦੇਵੇਗਾ, ਰੁੱਖ ਪੁੱਟ ਸੁੱਟ ਦੇਵੇਗਾ। ਮਨ ਬਸ ਮੈਗਲ ਹੈ, ਮਨ ਹਾਥੀ ਹੈ। ਨਾਮ ਦਾ ਕੁੰਡਾ ਨਾ ਹੋਵੇ ਇਹਦੇ ਸਿਰ ਤੇ ਕਾਬੂ ਵਿੱਚ ਨਹੀਂ ਰਹਿੰਦਾ, ਤੇ ਕੁੰਡਾ ਸਦਾ ਹੀ ਰੱਖਣਾ ਪੈਂਦਾ ਹੈ। ਇੱਕ ਸ਼ਾਇਰ ਦੇ ਬੋਲ ਨੇ, यूं तो उसका जहाँ है ला मुकाम एजाज, लेकिन बसता है वह खुदा अपने बंदों के दिलों में सदा। वैसे तो परमात्मा नूं ला मुकाम कहंदे ने। मुकाम हुंदा है कायम होण दी जगह, ठहरन दी जगह। पावो दी कोई एक जगह नहीं है, वो तो हर जगह है। ਉਹਦਾ ਕੋਈ ਇੱਕ ਘਰ ਨਹੀਂ ਹੈ, ਉਹ ਹਰ ਜਗ੍ਹਾ ਹੈ। ਤੁਸੀਂ ਉਹਨੂੰ ਇਕੱਲਾ ਮੰਦਰ ਵਿੱਚ ਬੰਦ ਨਹੀਂ ਕਰ ਸਕਦੇ, ਇਕੱਲਾ ਗੁਰਦੁਆਰੇ ਵਿੱਚ ਬੰਦ ਨਹੀਂ ਕਰ ਸਕਦੇ, ਮਸਜਿਦ ਚਰਚ ਵਿੱਚ ਬੰਦ ਨਹੀਂ ਕਰ ਸਕਦੇ। ਉਹ ਹਰ ਜ਼ਰੇ ਵਿੱਚ ਮੌਜੂਦ ਹੈ ਲਾ ਮੁਕਾਮ ਔਰ ਲਾ ਮਕਾਨ, ਜਿਹਦਾ ਕੋਈ ਪੱਕਾ ਐਡਰੈਸ ਨਹੀਂ ਹੈ, ਘਰ ਨਹੀਂ ਹੈ। ਕਹਿੰਦੇ ਇੱਕ ਗੱਲ ਤੈਅ ਹੈ, ਜੇ ਖੋਜਣਾ ਹੋਵੇ ਨਾ, ਜੇ ਲੱਭਣਾ ਹੋਵੇ ਤੇ ਸਾਧੂਆਂ ਸੰਤਾਂ ਦੇ ਹਿਰਦੇ ਵਿੱਚ ਰਹਿੰਦਾ ਹੈ। ਉਹ ਉਹਨਾਂ ਦੇ ਅੰਦਰ ਟਿਕਿਆ ਹੋਇਆ ਹੈ, ਉਹਨਾਂ ਦੇ ਅੰਦਰ ਪ੍ਰਗਟ ਹੈ ਉਹ। ਤੇ ਅੰਦਰ ਕਿਹਦੇ ਟਿਕੇਗਾ? ਜਿਹੜਾ ਸਵਾਸਾਂ ਨਾਲ ਜਪੇਗਾ। ਤੁਸੀਂ ਬੁਰਕੀ ਜ਼ੁਬਾਨ ਤੇ ਰੱਖੋਗੇ ਫਿਰ ਹੀ ਅੰਦਰ ਟਿਕੇਗੀ ਉਹ। ਮੂੰਹ 'ਚ ਬੁਰਕੀ ਪਾਈ ਨਹੀਂ, ਅੰਦਰ ਕਿਵੇਂ ਜਾਵੇ ਉਹ? ਨਾਮ ਜਪਿਆ ਨਹੀਂ, ਅੰਦਰ ਕਿਵੇਂ ਟਿਕੇ ਉਹ? ਸੋ ਸਵਾਸਾਂ ਨਾਲ ਜਪਣ ਵਾਲਿਆਂ ਦੇ ਸਾਹਾਂ ਵਿੱਚ ਘੁਲ ਜਾਂਦਾ ਹੈ ਨਾਮ। ਸੁਤੇ ਸਿੱਧ ਨਾਮ ਚੱਲ ਪੈਂਦਾ ਹੈ। ਹਰ ਛੇਤੀ ਮਨ ਬੇਧਿਆ ਮੇਰੀ ਜਿੰਦੜੀਏ, ਜਿਉ ਬਾਲਕ ਲੱਗ ਦੁੱਧ ਖੀਰੇ ਰਾਮ, ਹਰ ਬਿਨ ਸਾਤ ਨਾ ਪਾਈਐ ਮੇਰੀ ਜਿੰਦੜੀਏ।
ਜਿਉ ਚਾਤ੍ਰਿਕ ਜਲ ਬਿਨ ਟੇਰੇ ਰਾਮ। ਕਿਵੇਂ ਅੰਦਰ ਟਿਕਿਆ ਹੈ ਸੰਤਾਂ ਦੇ ਪ੍ਰਮਾਤਮਾ? ਉਦਾਹਰਣ ਦਿੱਤੀ ਹੈ ਬਾਣੀ ਨੇ, ਜਿਵੇਂ ਮਾਂ ਦੇ ਅੰਦਰ ਉਹਦੇ ਬੱਚੇ ਦੀ ਯਾਦ ਟਿਕੀ ਹੁੰਦੀ ਹੈ, ਜਿਵੇਂ ਬਚੜੇ ਨੂੰ ਆਪਣੀ ਮਾਂ ਦੇ ਖੀਰ ਨਾਲ ਦੁੱਧ ਨਾਲ ਤੇਹ ਹੁੰਦਾ ਹੈ, ਇਹਨਾਂ ਸਾਧੂ ਨੂੰ ਪਰਮਾਤਮਾ ਦੇ ਨਾਮ ਨਾਲ ਤੇਹ ਹੈ। ਤੁਸੀਂ ਮਾਈ ਨੂੰ ਕਦੇ ਪੁੱਛ ਲਓ ਨਾ, ਮਾਂ ਕਾਕਾ ਤੇਰਾ ਪ੍ਰਦੇਸ਼ ਗਿਆ ਹੈ, ਯਾਦ ਹੈ ਕਿ ਭੁੱਲ ਗਿਆ ਹੈ? ਕਹਿੰਦੀ ਕਿਧਰੇ ਨਹੀਂ ਗਿਆ, ਸਰੀਰ ਕਰਕੇ ਗਿਆ ਹੈ, ਆ ਦਿਲ ਵਿੱਚੋਂ ਉਹ ਬਾਹਰ ਨਹੀਂ ਰਹਿੰਦਾ, ਦਿਲ ਵਿੱਚ ਹੀ ਵਸਿਆ ਹੋਇਆ ਹੈ। ਆਂਦਰਾਂ ਦਾ ਮੋਹ ਹੁੰਦਾ ਮਾਂ ਦਾ ਬੱਚੇ ਨਾਲ, ਤੇ ਬੱਚਾ ਮਾਂ ਦੇ ਦੁੱਧ ਤੋਂ ਬਿਨਾਂ ਬਚਪਨ ਵਿੱਚ ਜਿੰਦਾ ਨਹੀਂ ਰਹਿ ਸਕਦਾ। ਖੀਰ ਆਧਾਰ ਬਾਰਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਈ। ਜਿਹੜੀ ਬਾਲ ਅਵਸਥਾ ਹੈ, ਬੱਚਾ ਇਹ ਯੋਗ ਨਹੀਂ ਹੁੰਦਾ ਵੀ ਭੋਜਨ ਛਕ ਸਕੇ, ਪਾਚਨ ਸ਼ਕਤੀ ਇੰਨੀ ਤਾਕਤਵਰ ਨਹੀਂ ਹੁੰਦੀ ਭੋਜਨ ਪਚਾ ਸਕੇ। ਮਾਂ ਦਾ ਦੁੱਧ ਹੀ ਉਹਦੇ ਜੀਵਨ ਦਾ ਆਧਾਰ ਹੁੰਦਾ ਹੈ। ਔਰ ਮਾਵਾਂ ਜਾਣਦੀਆਂ ਨੇ ਜਦੋਂ ਉਹਨੂੰ ਭੁੱਖ ਲੱਗਦੀ ਹੈ ਨਾ, ਰੋਂਦਾ ਹੈ, ਉਦੋਂ ਲੱਖ ਉਹਨੂੰ ਤੁਸੀਂ ਖਿਡਾਓ, ਵਰਾਓ, ਖਿਡੌਣੇ ਦਿਓ, ਮੂੰਡ ਪਰੋਸੋ, ਉਹ ਰੋਣੋਂ ਨਹੀਂ ਹਟੇਗਾ। 2-4 ਮਿੰਟ ਦੇ ਲਈ ਜੇ ਉਹ ਧੀਰਜ ਵਿੱਚ ਆ ਵੀ ਜਾਵੇ, ਖਿਡੌਣਾ ਵੇਖ ਕੇ ਖੇਡਣ ਵੀ ਲੱਗ ਪਵੇ, ਉਹ ਜਿਹੜੀ ਤਪਸ਼ ਹੈ ਉਹ ਦੁੱਧ ਨਾਲ ਮਿਟਣੀ ਹੈ, ਫਿਰ ਰੋਂਦਾ ਹੈ। ਕਿਉਂਕਿ ਉਹਦੇ ਜੀਵਨ ਦਾ ਆਸਰਾ ਮਾਈ ਦਾ ਦੁੱਧ ਹੈ। ਲੱਖ ਰੁਪਈਏ ਦਾ ਖਿਡੌਣਾ ਲਿਆ ਦਿਓ, ਗੱਲ ਨਹੀਂ ਬਣੇਗੀ। ਮਾਮੀਆਂ, ਚਾਚੀਆਂ, ਤਾਈਆਂ ਚਾਹੇ ਮਤਰੇਈ ਚੁੱਕ ਕੇ ਖਿਡਾ ਲਵੇ, ਗੱਲ ਨਹੀਂ ਬਣੇਗੀ। ਜਿਸ ਮਾਂ ਨੇ ਜਾਇਆ ਹੈ ਨਾ, ਜਿੰਨਾ ਚਿਰ ਛਾਤੀ ਨਾਲ ਲਾ ਕੇ ਦੁੱਧ ਨਾ ਪਿਆਇਆ, ਆਂਦਰਾਂ ਦੀ ਤਪਸ਼ ਨਹੀਂ ਮਿਟਣੀ ਉਹਦੀ। ਤੇ ਜਿਵੇਂ ਮਾਂ ਦੇ ਦੁੱਧ ਨਾਲ ਪ੍ਰੇਮ ਹੈ ਬਚੜੇ ਨੂੰ, ਸਾਧੂਆਂ ਨੂੰ ਖੁਦਾਇਆ ਦੇ ਨਾਮ ਨਾਲ ਪ੍ਰੇਮ ਹੈ। ਜਿਵੇਂ ਮਾਂ ਦੇ ਅੰਦਰ ਚੱਤੋ ਪਹਿਰ ਬੱਚੇ ਦੀ ਯਾਦ ਰਹਿੰਦੀ ਹੈ, ਸੰਤਾਂ ਦੇ ਅੰਦਰ ਪਰਮਾਤਮਾ ਦੀ ਯਾਦ ਇਉਂ ਰਹਿੰਦੀ ਹੈ। ਇੱਕ ਹੋਰ ਉਦਾਹਰਣ ਹੈ, ਸਵਾਂਤੀ ਬੂੰਦ ਨੂੰ ਬਬੀਹਾ ਲੋਚਦਾ ਹੈ। ਚਾਹੇ ਸਾਗਰ ਪਾਣੀ ਨਾਲ ਭਰੇ ਨੇ, ਸਰੋਵਰ ਪਾਣੀ ਨਾਲ ਭਰੇ ਨੇ, ਪਿਆਸ ਨਹੀਂ ਬੁਝਦੀ ਬਬੀਹੇ ਦੀ। ਉਹ ਆਵਾਜ਼ ਦਿੰਦਾ ਹੈ ਪਰਮਾਤਮਾ ਨੂੰ, ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ। ਪਰਮਾਤਮਾ ਅੱਗੇ ਪੁਕਾਰ ਕਰਦਾ ਹੈ, ਵਰਖਾ ਕਰ। ਕਹਿੰਦੇ ਉਹਦੇ ਗਲ ਵਿੱਚ ਛੇਕ ਹੁੰਦਾ ਹੈ, ਉਹ ਛੇਕ ਵਿੱਚ ਸੁਤੇ ਸਿੱਧ ਜਿਹੜੀ ਬੂੰਦ ਪੈ ਜਾਵੇ ਨਾ, ਉਹਦੇ ਨਾਲ ਉਹਦੀ ਪਿਆਸ ਮਿਟਦੀ ਹੈ, ਉਹ ਹੋਰ ਕਿਧਰੋਂ ਜਲ ਨਹੀਂ ਸਕਦਾ। ਜਿਵੇਂ ਬਬੀਹਾ ਸਵਾਂਤੀ ਬੂੰਦ ਦੇ ਸਿਰ ਤੇ ਹੈ, ਉਸ ਦੇ ਆਸਰੇ ਹੈ, ਨਹੀਂ ਰਹਿ ਸਕਦਾ ਸਵਾਂਤੀ ਬੂੰਦ ਬਿਨਾ, ਸਾਧੂ ਨਾਮ ਦੇ ਆਸਰੇ ਹੁੰਦੇ ਨੇ। ਜਿਵੇਂ ਬਬੀਹੇ ਦੇ ਅੰਦਰ ਸਵਾਂਤੀ ਬੂੰਦ ਦੀ ਯਾਦ ਚੱਤੋ ਪਹਿਰ ਟਿਕੀ ਰਹਿੰਦੀ ਹੈ, ਲੋਚਦਾ ਹੈ ਉਸ ਨੂੰ ਪ੍ਰਾਪਤ ਹੋਵੇ, ਇੱਦਾਂ ਹੀ ਸਾਧੂਆਂ ਦੇ ਅੰਦਰ ਪਰਮਾਤਮਾ ਟਿਕਿਆ ਰਹਿੰਦਾ ਹੈ। ਤੇ ਜਿਹੜੇ ਫਿਰ ਸਾਧੂਆਂ ਦੀ ਸੰਗਤ ਵਿੱਚ ਆ ਜਾਣ, ਮਹਾਰਾਜ ਕਹਿੰਦੇ ਨੇ, ਸੰਤ ਕਿਰਪਾ ਤੇ ਜਪੀਐ ਨਾਮ। ਸਾਧੂਆਂ ਦੀ ਕਿਰਪਾ ਦੇ ਨਾਲ ਫਿਰ ਉਹ ਨਾਮ ਜਪਦੇ ਨੇ, ਬੰਦਗੀ ਕਰਦੇ ਨੇ, ਇਬਾਦਤ ਕਰਦੇ ਨੇ। ਸਾਧੂਆਂ ਕੋਲ ਬਹਿ ਕੇ ਇਉਂ ਚੌਂਕੜਾ ਲਾਉਂਦੇ ਨੇ ਜਿਵੇਂ ਸਾਧੂਆਂ ਲਾਇਆ ਹੈ। ਹੁਣ ਇਸ ਮਾਰਗ ਤੇ ਚੱਲਣਾ ਔਖਾ ਹੈ। ਚੱਤੋ ਪਹਿਰ ਪਰਮਾਤਮਾ ਦੀ ਯਾਦ ਹਿਰਦੇ ਅੰਦਰ ਟਿਕਾ ਰੱਖਣੀ, ਚੌਂਕੜਾ ਲਾ ਛੱਡਣਾ, ਨਾਮ ਜਪਦੇ ਰਹਿਣਾ ਔਖਾ ਹੈ। ਸਾਧੂਆਂ ਦੀ ਸੰਗਤ ਵਿੱਚ ਬਹਿ ਕੇ ਉਹਨਾਂ ਦੀ ਰੀਸ ਦੇ ਨਾਲ ਗੁੱਡੀ ਚੜਾਈ ਜਾਂਦੀ ਹੈ, ਕੋਲ ਬਹਿ ਕੇ ਰੱਬ ਦੇ ਗੀਤ ਗਾਏ ਜਾਂਦੇ ਨੇ। ਅਸੀਂ ਕਈ ਵਾਰ ਕਹਿ ਦਿੰਨੇ ਜੀ ਸਾਧੂਆਂ ਕੋਲ ਬਹਿ ਤੇ ਜਾਈਦਾ ਹੈ, ਗੁਰੂ ਮਹਾਰਾਜ ਦੀ ਸੰਗਤ 'ਚ ਬਹਿ ਤੇ ਜਾਈਦਾ ਹੈ, ਮਨ ਨਹੀਂ ਲੱਗਦਾ, ਕੀ ਫਾਇਦਾ ਹੈ ਫਿਰ ਚੌਂਕੜੇ ਦਾ, ਬਾਣੀ ਪੜ੍ਹਨ ਦਾ। ਜੇ ਤੇਰਾ ਮਨ ਲੱਗ ਗਿਆ ਹੁੰਦਾ ਨਾ, ਫਿਰ ਤੇ ਲੋੜ ਹੀ ਨਹੀਂ ਹੈ ਕਿਸੇ ਕਰਮ ਧਰਮ ਦੀ, ਫਿਰ ਤੇ ਪਰਮੇਸ਼ਵਰ ਵਿੱਚ ਭੇਦ ਹੈ। ਰੱਬ ਦੇ ਗੀਤ ਗਾਉਣੇ ਹੀ ਤਾਂ ਨੇ ਵੀ ਮਨ ਲੱਗ ਜਾਵੇ। ਗੁਰੂ ਹਰਿਰਾਏ ਸਾਹਿਬ ਪਾਤਸ਼ਾਹ ਨੂੰ ਸਵਾਲ ਕੀਤਾ ਸੀ ਸਿੱਖਾਂ ਨੇ, ਮਹਾਰਾਜ ਬਾਣੀ ਦੇ ਅਰਥ ਬੜੇ ਅਗੰਮੀ ਨੇ, ਕਈ ਵਾਰ ਸਮਝ ਵਿੱਚ ਨਹੀਂ ਟਿਕਦੇ,
ਜਗਿਆਸੂ ਕਹਿੰਦੇ ਮਹਾਰਾਜ, ਜਦੋਂ ਅਰਥਾਂ ਦੀ ਸੋਝੀ ਨਾ ਹੋਵੇ ਤੇ ਬਾਣੀ ਪੜ੍ਹਨ ਦਾ ਕੀ ਫਾਇਦਾ? ਜਦੋਂ ਮਨ ਨਾ ਟਿਕੇ ਤੇ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ? ਚਲਦਿਆਂ ਚਲਦਿਆਂ ਸੰਗਤ ਨੇ ਗੁਰੂ ਹਰਿਰਾਏ ਸਾਹਿਬ ਨੂੰ ਸਵਾਲ ਕਰ ਦਿੱਤਾ। ਤੁਰੇ ਜਾ ਰਹੇ ਨੇ, ਇਤਿਹਾਸ ਦੇ ਬੋਲ ਨੇ, ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛ ਨਾ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਵੈ ਹੈ, ਸੋ ਹਮ ਤੇ ਨਹੀਂ ਜਾਤ ਕਮਾਵੈ ਹੈ। ਮਹਾਰਾਜ, ਬਾਣੀ ਬੜੀ ਡੂੰਘੀ ਹੈ ਔਰ ਤੁਹਾਡਾ ਇਹ ਹੁਕਮ ਹੈ, ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਜੈਸੀ ਮਹਿਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਂ ਲਾ ਲੋ। ਹਉ ਆਪੋ ਬੋਲਣਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਰੱਬੀ ਬਾਣੀ ਹੈ ਤੇ ਇਹਦੇ ਅਰਥ ਵੀ ਤੁਸੀਂ ਪੂਰਨ ਤੌਰ ਤੇ ਜਾਣਦੇ ਹੋ, ਕਿਉਂਕਿ ਤੁਸੀਂ ਪਰਮੇਸ਼ਵਰ ਦਾ ਸਰੂਪ ਹੋ, ਗੁਰ ਪਰਮੇਸ਼ਰ ਏਕੋ ਜਾਣ। ਸਾਨੂੰ ਕੀ ਪਤਾ ਇਹਦੇ ਪੂਰਨ ਤੌਰ ਤੇ ਅਰਥ ਕੀ ਨੇ, ਗੁਰੂ ਦੇ ਆਸ਼ੇ ਅਨੁਸਾਰ ਇਹਦੇ ਅਰਥ ਕੀ ਨੇ। ਮੈਂ ਇੱਕ ਬੇਨਤੀ ਕਰਾਂ, ਕਈ ਵਾਰ ਸਾਡੇ ਕਥਾਵਾਚਕਾਂ ਦੇ ਮੂੰਹੋਂ ਨਿਕਲ ਜਾਂਦਾ ਹੈ ਗੁਰਬਾਣੀ ਦੇ ਜਿਹੜੇ ਅਰਥ ਕੀਤੇ ਨੇ ਗੁਰੂ ਆਸ਼ੇ ਅਨੁਸਾਰ ਨੇ। ਨਹੀਂ ਭਾਈ, ਇਹ ਤੇਰੇ ਆਸ਼ੇ ਅਨੁਸਾਰ ਨੇ, ਤੂੰ ਆਪਣੀ ਸੋਚ ਨਾਲ ਅਰਥ ਕਰ ਰਿਹਾ ਹੈ। ਗੁਰੂ ਸਾਗਰ ਹੈ, ਤੂੰ ਕਿੱਥੋਂ ਗੁਰੂ ਦੀ ਸੋਚ ਨੂੰ ਬੁੱਝ ਸਕਦਾ ਹੈ? ਜੇ ਗੁਰੂ ਆਸ਼ੇ ਅਨੁਸਾਰ ਮੈਨੂੰ ਜਾਂ ਤੁਹਾਨੂੰ ਅਰਥ ਕਰਨੇ ਆ ਗਏ, ਫਿਰ ਤੇ ਗੁਰੂ ਦੇ ਬਰਾਬਰ ਹੋ ਗਏ ਅਸੀਂ। ਤੇ ਕੁੱਜਾ ਕਦੇ ਵੀ ਸਾਗਰ ਦੀ ਰੀਸ ਨਹੀਂ ਕਰ ਸਕਦਾ, ਬੁਲਬੁਲਾ ਕਦੇ ਵੀ, ਬੂੰਦ ਕਦੇ ਵੀ ਸਾਗਰ ਦੇ ਤਲ ਤੇ ਅਜ਼ਮਤ ਨਹੀਂ ਰੱਖਦੀ। ਇਹ ਆਪਣੀ ਸੋਚ ਨਾਲ ਅਰਥ ਕੀਤੇ ਜਾ ਰਹੇ ਨੇ। ਅਰਦਾਸ ਕਰਿਆ ਕਰੋ ਵੀ ਗੁਰੂ ਸਾਹਿਬ ਤੁਹਾਡੀ ਕਿਰਪਾ ਨਾਲ ਸਾਡੇ ਜਿਹੜੇ ਕੀਤੇ ਹੋਏ ਅਰਥ ਨੇ ਗੁਰਬਾਣੀ ਦੇ, ਇਹਨਾਂ ਚੋਂ ਗੁਰਸਿੱਖੀ ਦਾ ਫਲਸਫਾ ਪ੍ਰਗਟ ਹੋਵੇ, ਲੋਕਾਈ ਉਸ ਫਲਸਫੇ ਤੇ ਚੱਲ ਕੇ ਤੁਹਾਡੇ ਨਾਲ ਜੁੜੇ। ਇਹ ਨਹੀਂ ਕਿਹਾ ਜਾ ਸਕਦਾ ਵੀ ਇਹੀ ਅਰਥ ਗੁਰਾਂ ਨੇ ਪ੍ਰਗਟ ਕੀਤੇ ਨੇ ਜੋ ਮੈਂ ਕਰ ਰਿਹਾ ਹਾਂ। ਨਹੀਂ, ਤੂੰ ਕੁਝ ਵੀ ਬਿਆਨ ਨਹੀਂ ਕਰ ਰਿਹਾ, ਉਹ ਬੜਾ ਵੱਡਾ ਹੈ। ਮਹਾਰਾਜ ਪਾਤਸ਼ਾਹ ਅਸੀਮ ਅਜ਼ਮਤ ਦੇ ਮਾਲਕ ਨੇ। ਸਾਡੀ ਸੋਚ ਦੀ, ਗਿਆਨ ਦੀ ਇੱਕ ਸੀਮਾ ਹੈ ਤੇ ਅਸੀਮ ਦੇ ਗੁਣਾਂ ਨੂੰ ਇੱਕ ਸੀਮਾ ਵਾਲੀ ਬੁੱਧੀ ਨਹੀਂ ਸਮੇਟ ਸਕਦੀ। ਗੁਰੂ ਹਰਿਰਾਏ ਸਾਹਿਬ ਜੀ ਪਰਮਾਰਥ ਦੀ ਸਮਝ ਨਹੀਂ ਹੈ, ਨਿਚੋੜ ਕੀ ਹੈ ਬਾਣੀ ਦਾ, ਸਿਧਾਂਤ ਕੀ ਹੈ ਬਾਣੀ ਦਾ, ਪੂਰਨ ਤੌਰ ਤੇ ਸਮਝ ਨਹੀਂ ਹੈ। ਤੇ ਮਹਾਰਾਜ, ਜਦੋਂ ਮਨ ਨਹੀਂ ਲੱਗ ਰਿਹਾ ਬਾਣੀ ਵਿੱਚ, ਅਰਥਾਂ ਦੀ ਸਮਝ ਨਹੀਂ ਹੈ, ਕਮਾ ਨਹੀਂ ਸਕਦੇ ਇਸ ਬਾਣੀ ਨੂੰ, ਤੇ ਕੀ ਫਾਇਦਾ ਹੈ ਪੜ੍ਹਨ ਦਾ? ਸ਼ੰਕਾ ਹੈ, ਨਿਵਰਤ ਕਰੋ। ਤੁਹਾਡੇ ਹੁਕਮ ਵਿੱਚ ਪੜ੍ਹਦੇ ਹਾਂ ਬਾਣੀ, ਦੱਸੋ ਕੀ ਕਰਨਾ ਚਾਹੀਦਾ ਹੈ? ਤੇ ਗੁਰੂ ਸਾਹਿਬ ਪਾਤਸ਼ਾਹ ਨਾ ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਇੱਕ ਮਟਕੀ, ਮਿੱਟੀ ਦਾ ਭਾਂਡਾ ਜਿਹਦੀਆਂ ਚਿੱਪਰਾਂ ਪਈਆਂ ਨੇ, ਠੀਕਰਾਂ ਖਿਲਰੀਆਂ ਪਈਆਂ ਨੇ, ਉਹਨੂੰ ਠੋਕਰ ਲਾਉਂਦੇ ਨੇ। ਤੇ ਮਹਾਰਾਜ ਉਸ ਠੀਕਰ ਨੂੰ ਦ੍ਰਿਸ਼ਟਾਂਤ ਦੇ ਤੌਰ ਤੇ ਸਿੱਖਾਂ ਸਾਹਮਣੇ ਪ੍ਰਗਟ ਕਰਦੇ ਨੇ। ਕਹਿੰਦੇ ਦੇਖੋ, ਇਸ ਠੀਕਰ ਦੇ ਵਿੱਚ ਜੋ ਮਿੱਟੀ ਦੀ ਮਟਕੀ ਦਾ ਹਿੱਸਾ ਹੈ, ਠੰਡਾ ਬੜਾ ਹੈ, ਚਿਕਨਾਈ ਬੜੀ ਹੈ, ਠੰਡਕ ਬੜੀ ਹੈ। ਮਾਲੂਮ ਹੁੰਦਾ ਹੈ ਲੰਮਾ ਸਮਾਂ ਇਸ ਮਟਕੀ ਵਿੱਚ ਘਿਓ ਦਾ ਵਾਸ ਰਿਹਾ ਹੈ, ਇਹਦੇ ਵਿੱਚ ਘਿਓ ਪਾ ਕੇ ਰੱਖਿਆ ਗਿਆ ਹੈ। ਰਹੀ ਚਿਕਨਤਾ ਠੀਕਰ ਮਾਹੀ, ਤਿਉ ਬਾਣੀ ਰਹਿ ਮਨ ਮਾਹੀ। ਹੁਣ ਮਹਾਰਾਜ ਕਹਿੰਦੇ ਵੇਖੋ, ਜੇ ਇਸ ਮਿੱਟੀ ਦੀ ਮਟਕੀ ਵਿੱਚ ਇੱਕ ਦਿਨ ਹੀ ਘਿਓ ਪਾਇਆ ਹੁੰਦਾ ਤੇ ਕੱਢ ਲਿਆ ਜਾਂਦਾ, ਚਿਕਨਾਈ ਨਹੀਂ ਸੀ ਰਹਿਣੀ। ਇਹਦੇ ਵਿੱਚ 2-4 ਦਿਨ, 10-20 ਦਿਨ, ਮਹੀਨਾ 2 ਮਹੀਨੇ ਘਿਓ ਪਾ ਕੇ ਲੰਬੇਰੇ ਸਮੇਂ ਲਈ ਰੱਖ ਛੱਡਿਆ ਤੇ ਘਿਓ ਨੇ ਆਪਣੀ ਛਾਪ ਛੱਡੀ ਹੈ। ਸਿੱਖਾ, ਗੁਰਬਾਣੀ ਵੀ ਪੜ੍ਹੀ ਅਜਾਈ ਨਹੀਂ ਜਾਂਦੀ, ਆਪਣੀ ਛਾਪ ਤੇਰੇ ਹਿਰਦੇ ਰੂਪੀ ਮਟਕੀ ਵਿੱਚ ਛੱਡੇਗੀ ਜ਼ਰੂਰ। ਤੂੰ ਪੜ੍ਹਨਾ ਸ਼ੁਰੂ ਕਰ, ਅਰਥ ਆਉਂਦੇ ਨੇ ਜਾਂ ਨਹੀਂ ਆਉਂਦੇ, ਮਨ ਲੱਗਦਾ ਹੈ ਜਾਂ ਨਹੀਂ ਲੱਗਦਾ, ਬਸ ਤੂੰ ਬਾਣੀ ਰੋਜ਼ ਪੜ੍ਹਨੀ ਹੈ।
ਇਹ ਮਨ ਦਾ ਮੜਕਾ ਘਿਓ ਤੋਂ ਖਾਲੀ ਨਾ ਹੋਣ ਦਈ। ਰੱਬ ਦੇ ਗੀਤ ਤੂੰ ਗਾਉਂਦੇ ਰਹਿਣਾ ਹੈ। ਤੇ ਇੱਕ ਢੰਗ ਤੈਨੂੰ ਦੱਸ ਦਿੰਨੇ ਆ, ਗਾਉਣੇ ਭਾਵਨਾ ਨਾਲ, ਪ੍ਰੇਮ ਨਾਲ। ਵੀ ਮਹਾਰਾਜ ਦਾ ਹੁਕਮ ਹੈ, ਇਹ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਖੁਦਾ ਦੇ ਬੋਲ ਨੇ, ਜੋ ਸਰਗੁਣ ਸਰੂਪ ਧਾਰ ਕੇ ਗੁਰੂ ਨਾਨਕ ਦਸੋ ਪਾਤਸ਼ਾਹੀਆਂ ਰਾਹੀਂ ਪ੍ਰਮਾਤਮਾ ਨੇ ਪ੍ਰਗਟ ਕੀਤੇ ਨੇ। ਇਹ ਜ਼ਿਹਨ ਵਿੱਚ ਟਿਕਾ ਕੇ ਰੱਖੀ ਵੀ ਮੇਰੀ ਜ਼ੁਬਾਨ ਤੇ ਖਸਮ ਦੇ ਬੋਲ ਨੇ, ਪਰਮੇਸ਼ਰ ਦੇ ਬੋਲ ਨੇ, ਅਕਾਲ ਪੁਰਖ ਦੇ ਬੋਲ ਨੇ। ਜਦੋਂ ਐਸ ਭਾਵਨਾ ਨਾਲ ਬਾਣੀ ਪੜ੍ਹੇਗਾ, ਅਰਥ ਨਹੀਂ ਵੀ ਆਉਂਦੇ, ਮਨ ਨਹੀਂ ਵੀ ਟਿਕਦਾ, ਤੇਰੇ ਅੰਦਰ ਇਹ ਜਿਹੜੀ ਛਾਪ ਹੈ ਬਾਣੀ ਜ਼ਰੂਰ ਛੱਡੇਗੀ। ਜਿਵੇਂ ਘਿਓ ਨਾਲ ਮਟਕੀ ਅੰਦਰ ਥੰਦਕ ਰਹਿ ਗਈ, ਬਾਣੀ ਦੀ ਐਸੀ ਥੰਦਕ ਤੇਰੇ ਅੰਦਰ ਰਵੇਗੀ। ਸਤ ਸੰਤੋਖ ਦਇਆ ਧਰਮ ਤੇਰੇ ਅੰਦਰ ਪ੍ਰਗਟ ਹੋ ਜਾਣਗੇ। ਸੋ ਬਾਣੀ ਪੜ੍ਹਨੀ ਸਫਲੀ ਹੈ, ਅਜਾਈ ਨਹੀਂ ਜਾਂਦੀ। ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਨਾ, ਵੇਦ ਪੁਰਾਨ ਸਿਮਰਤ ਸਾਧੂ ਜਨ, ਇਹ ਬਾਣੀ ਰਸਨਾ ਭਾਖੀ, ਜਪ ਰਾਮ ਨਾਮ ਨਾਨਕ ਨਿਸਤਰੀਐ, ਹੋਰ ਦੁਤੀਆ ਬਿਰਥੀ ਸਾਖੀ। ਸਾਧੂਆਂ ਸਤਪੁਰਸ਼ਾਂ ਧਾਰਮਿਕ ਗ੍ਰੰਥਾਂ ਇਹ ਸਾਫ਼ ਕਿਹਾ ਹੈ, ਜਪਿਆ ਕਰ। ਜੇ ਤੈਨੂੰ ਵਿਚਾਰ ਨਹੀਂ ਨਾ ਆਉਂਦੀ ਬਾਣੀ ਦੀ, ਰਟਨ ਕਰਿਆ ਕਰ। ਜਿਹਨੂੰ ਤੋਤਾ ਰਟਨ ਅੱਜ ਕੱਲ੍ਹ ਕਹਿ ਦਿੰਦੇ ਨੇ, ਖੰਡਿਤ ਕਰਦੇ ਨੇ ਵੀ ਇਹ ਕੀ ਰੱਟੇ ਲਾਈ ਜਾਂਦਾ ਬਾਣੀ ਦੇ। ਬਾਪੂ ਕਹਿੰਦਾ ਤੂੰ ਰੱਟੇ ਲਾ, ਤੂੰ ਦਿਨ ਰਾਤ ਜਪ, ਰਾਮ ਦਾ ਨਾਮ ਤੂੰ ਉਚਾਰਨ ਕਰਿਆ ਕਰ, ਅਜਾਈ ਨਹੀਂ ਜਾਵੇਗਾ। ਬਾਕੀ ਸਾਖੀਆਂ ਬਿਰਥੀਆਂ ਨੇ, ਭਾਵ ਬਾਕੀ ਸਿੱਖਿਆ ਜਿਹੜੀ ਕੁਤਰਕਵਾਦੀ ਦਿੰਦੇ ਨੇ ਵੀ ਬਾਣੀ ਪੜ੍ਹਨ ਦਾ ਫਾਇਦਾ ਨਹੀਂ ਹੈ, ਤੋਤਾ ਰਟਣਾ, ਉਹਨੂੰ ਧਿਆਨ ਵਿੱਚ ਨਹੀਂ ਰੱਖਣਾ। ਤੂੰ ਬਸ ਜਪਦਾ ਜਾ, ਜਪਦਾ ਜਾ। ਹਿਰਦੇ ਰੂਪੀ ਮੜਕੀ ਵਿੱਚ ਘਿਓ ਨੂੰ ਟਿਕਾ ਛੱਡ, ਇੱਕ ਨਾ ਇੱਕ ਦਿਨ ਥੰਦਕ ਆਵੇਗੀ ਆਵੇਗੀ, ਇੱਕ ਦਿਨ ਕਿਰਪਾ ਹੋ ਹੀ ਜਾਵੇਗੀ। ਇੱਕ ਆਮ ਜੀ ਉਦਾਹਰਣ ਤੁਹਾਨੂੰ ਦਵਾਂ ਘਰੇਲੂ। ਨਿਤਨੇਮ ਬਾਣੀ ਪੜ੍ਹਨੀ ਕਦੇ ਨਹੀਂ ਛੱਡਣੀ ਚਾਹੀਦੀ। ਦੁੱਖ ਸੁੱਖ ਜੀਵਨ ਵਿੱਚ ਆਉਂਦੇ ਨੇ, ਤੇ ਗਿਲਾ ਵੀ ਆਪਾਂ ਦੁੱਖ ਦੇ ਸਮੇਂ ਬਾਪੂ ਨਾਲ ਕਰ ਲੈਂਦੇ ਆ, ਗੁਰੂ ਤੇਗ ਬਹਾਦਰ ਸਾਹਿਬ ਨਾਲ, ਵੀ ਤੇਰਾ ਨਾਮ ਜਪਦੇ ਆ ਦੁੱਖ ਫੇਰ ਆ ਗਿਆ। ਅਸਲ ਨਾਮ ਜਪਿਆ ਇਹ ਬਰਕਤ ਹਾਸਲ ਹੁੰਦੀ ਹੈ। ਸੂਲੀ ਵਰਗਾ ਦੁੱਖ ਵੀ ਕੰਡਾ ਜਾਪਦਾ ਹੈ। ਦੁੱਖ ਸੁੱਖ ਆਉਂਦੇ ਹੀ ਆਉਂਦੇ ਨੇ, ਚਾਹੇ ਸੰਤ ਹੈ ਜਾਂ ਸਾਕਤ ਹੈ। ਸਾਕਤ ਟੁੱਟ ਜਾਂਦਾ ਹੈ ਦੁੱਖਾਂ ਵਿੱਚ, ਸੰਤ ਟੁੱਟਦਾ ਨਹੀਂ ਹੈ, ਆਨੰਦ ਵਿੱਚ ਰਹਿੰਦਾ ਹੈ। ਆਹ ਦੇਖੋ, ਕੋਈ ਟਰਾਂਸਫਾਰਮਰ ਬਾਹਰ ਲੱਗਾ ਹੋਵੇ ਨਾ ਘਰ ਦੇ, ਤੇ ਸਾਡੇ ਘਰ ਨੂੰ ਉਸ ਟਰਾਂਸਫਾਰਮਰ ਤੋਂ ਇੱਕ ਤਾਰ ਲੱਗੀ ਹੁੰਦੀ ਹੈ ਬੱਤੀਆਂ ਜਗਾਉਣ ਦੇ ਲਈ। ਇੱਕ ਦੋ ਦਿਨ ਬੱਤੀ ਨਾ ਆਵੇ ਤੇ ਅਸੀਂ ਕਾਹਲੇ ਪੈ ਕੇ ਤਾਰ ਹੀ ਕੱਟ ਦਈਏ, ਤੇ ਕੀ ਪਤਾ ਹੈ ਅਗਲੇ ਦਿਨ ਬੱਤੀ ਆ ਜਾਵੇ, ਸਾਰਿਆਂ ਦੇ ਘਰ ਰੌਸ਼ਨੀ ਹੋ ਜਾਵੇ ਤੇ ਅਸੀਂ ਹਨੇਰੇ ਵਿੱਚ ਹੀ ਬੈਠੇ ਰਹਿ ਜਾਈਏ। ਤੂੰ ਤਾਰ ਨਾ ਕੱਟ, ਤੂੰ ਚੌਂਕੜਾ ਲਾਉਣਾ ਨਾ ਛੱਡ, ਤੂੰ ਨਿਤਨੇਮ ਕਰਨਾ ਨਾ ਛੱਡ। ਇੱਕ ਨਾ ਇੱਕ ਦਿਨ ਜੋਤ ਦਾ ਪ੍ਰਕਾਸ਼ ਹੋਵੇਗਾ ਹੀ ਹੋਵੇਗਾ, ਬੱਤੀ ਆ ਹੀ ਜਾਵੇਗੀ। ਤੇ ਜੇ ਤਾਰ ਹੀ ਕੱਟ ਦਿੱਤੀ, ਚੌਂਕੜਾ ਹੀ ਛੱਡ ਦਿੱਤਾ, ਖੁਦਾਇਆ ਦੇ ਗੀਤ ਗਾਉਣੇ ਹੀ ਛੱਡ ਦਿੱਤੇ, ਤੇ ਫਿਰ ਇਹ ਗਿਆਨ ਦਾ ਜਿਹੜਾ ਦੀਵਾ ਹੈ ਇਹ ਨਹੀਂ ਜਗਣਾ, ਫਿਰ ਲਾਈਟ ਨਹੀਂ ਆਉਣੀ, ਬਲਬ ਨਹੀਂ ਜਗਣਾ। ਸੋ ਦੁੱਖ ਹੈ ਸੁੱਖ ਹੈ, ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਹ ਸਾਧੂ ਦੀ ਸੰਗਤ ਵਿੱਚੋਂ ਸਿੱਖਿਆ ਪ੍ਰਾਪਤ ਹੁੰਦੀ ਹੈ। ਹੁਣ ਸਾਧੂ ਦੀ ਸੰਗਤ ਗਏ ਬੈਠ, ਚੌਂਕੜਾ ਲਿਆ, ਉਹਨਾਂ ਦੇ ਨਾਲ ਬਹਿ ਕੇ ਲਾ, ਤੇ ਉਹਨਾਂ ਦੇ ਦੱਸੇ ਰਸਤੇ ਤੇ ਜਦੋਂ ਚੱਲ ਪਏ ਨਾ, ਇੱਕ ਨਾ ਇੱਕ ਦਿਨ ਬਾਣੀ ਚੋਂ ਰਸ ਆਵੇਗਾ। ਐਸਾ ਅਡੋਲ ਚੌਂਕੜਾ ਤੇਰਾ ਲੱਗੇਗਾ, ਸਾਧੂ ਦੇ ਦੱਸੇ ਰਸਤੇ ਤੇ ਚੱਲ ਕੇ ਤੂੰ ਵੀ ਗੁਰੂ ਨਾਨਕ ਤਾਈਂ ਪਹੁੰਚੇਗਾ, ਤੇਰੀ ਵੀ ਮੁਕਤੀ ਹੋ ਜਾਵੇਗੀ। ਹੇ ਸੁਹਾਗਣੇ, ਹੇ ਪਰਮੇਸ਼ਵਰ ਦੇ ਦਰ ਉੱਤੇ ਪਹੁੰਚ ਚੁੱਕੀ ਜਗਿਆਸੂ ਰੂਪ ਇਸਤਰੀਏ, ਜਿਸ ਸਤਪੁਰਸ਼ ਸਾਧੂ ਸੰਤ ਨੇ ਤੈਨੂੰ ਰਸਤਾ ਦੱਸਿਆ ਹੈ, ਵੱਡਿਆਂ ਭਾਗਾਂ ਵਾਲਾ ਸੰਤ ਜੋ ਖੁਦਾਇਆ ਨੂੰ ਮਿਲ ਚੁੱਕਿਆ ਹੈ, ਮੈਨੂੰ ਵੀ ਮਿਲੇ ਤੇ ਮੈਂ ਅਰਦਾਸ ਕਰਾਂ, ਐ ਸਾਧੂ ਜਨੋ ਆਪਣੇ ਰਸਤੇ ਤੇ ਮੈਨੂੰ ਵੀ ਨਾਲ ਲੈ ਕੇ ਚੱਲੋ, ਮੈਂ ਵੀ ਅਕਾਲ ਪੁਰਖ ਗੁਰੂ ਨਾਨਕ ਨੂੰ ਪ੍ਰਾਪਤ ਕਰ ਲਵਾਂ। ਤੇ ਬਾਣੀ ਕਹਿੰਦੀ ਐ, ਨੀਹੀ ਜੇ ਵਿਦਾ ਮਨ ਪਛਾਣੂ ਵਿਰਲੋ ਥਿਓ, ਜੋੜਨ ਹਾਰਾ ਸੰਤ ਨਾਨਕ ਪਾਦਰ ਪਦਰੋ।
ਰੱਬ ਨੂੰ ਪਛਾਣਨ ਵਾਲਾ ਕੋਈ ਵਿਰਲਾ ਬੰਦਾ, ਕੋਈ ਮਹਾਪੁਰਸ਼ ਮਿਲ ਜਾਵੇ ਜਿਹਦਾ ਮਨ ਪ੍ਰਭੂ ਦੇ ਪ੍ਰੇਮ ਵਿੱਚ ਵਿੰਨਿਆ ਹੋਇਆ ਹੈ, ਰੱਬ ਨਾਲ ਉਹ ਜੋੜਨ ਵਾਲਾ ਹੈ। ਪਾਦਰ ਪੱਧਰੋਂ ਰਸਤਾ ਸਿੱਧਾ ਤੁਹਾਨੂੰ ਸੰਤੀ ਦਿਖਾ ਸਕਦਾ ਹੈ। ਜੇ ਸਾਧੂ ਨਾ ਮਿਲਿਆ ਤੇ ਤੁਸੀਂ ਵਲ ਵਲਿੰਗ ਵਿੱਚ ਪੈ ਕੇ ਜੀਵਨ ਵਿਅਰਥ ਗਵਾ ਲੈਣਾ ਹੈ। ਜਿਵੇਂ ਅਸੀਂ ਮੰਨ ਲਓ ਦਿੱਲੀ ਤੋਂ ਅੰਮ੍ਰਿਤਸਰ ਜਾਣਾ ਹੈ, ਜੇ ਮੀਲ ਪੱਥਰ ਨਾ ਲੱਗਾ ਹੋਵੇ ਤੇ ਰਸਤਾ ਭਟਕ ਜਾਂਦੇ ਆ। ਮੀਲ ਪੱਥਰ ਪੜ੍ਹ ਕੇ ਸਿੱਧੇ ਪਹੁੰਚ ਜਾਂਦੇ ਵੀ ਇੰਨੇ ਕਿਲੋਮੀਟਰ ਹੈ ਤੇ ਇੱਦਾਂ ਪਹੁੰਚਣਾ ਹੈ। ਸਾਧੂ ਮੀਲ ਪੱਥਰ ਹੁੰਦੇ ਨੇ ਜੋ ਪਰਮੇਸ਼ਵਰ ਤਾਈਂ ਪਹੁੰਚਾ ਦਿੰਦੇ ਨੇ। ਫਾਰਸੀ ਦੇ ਪਰਸ਼ੀਅਨ ਦੇ ਬੋਲ ਭਾਈ ਸਾਹਿਬ ਭਾਈ ਨੰਦ ਲਾਲ ਦੇ ਕਹਿੰਦੇ ਨੇ, ਹਮੇਸ਼ਾ ਸੁਹਬਤੇ ਮਰਦਾਨੇ ਹੱਕ ਤਸਬ ਗੋਇਆ ਕਿ ਤਾਲਬਾਨੇ ਖੁਦਾ ਵਾਸਲਾਨੇ ਅੱਲਾਹ ਅੰਦ। ਰੱਬ ਤਾਈਂ ਕਹਿੰਦੇ ਪਹੁੰਚਣਾ ਚਾਹੁੰਦਾ ਹੈ, ਗੁਰੂ ਦੇ ਅਕਾਲ ਪੁਰਖ ਦੇ ਦਰ ਦੇ ਮਰਦਾਂ ਸੰਤਾਂ ਦੀ ਸੰਗਤ ਲੱਭ, ਸੰਗਤ ਪ੍ਰਾਪਤ ਹੋ ਜਾਵੇ। ਜੋ ਰੱਬ ਦੀ ਇੱਛਾ ਰੱਖਦੇ ਨੇ ਨਾ, ਉਹ ਸਾਧੂਆਂ ਦੀ ਸੰਗਤ ਵਿੱਚ ਬੈਠੋ। ਸਾਧੂ ਪਰਮਾਤਮਾ ਵਿੱਚ ਤੁਹਾਨੂੰ ਵੀ ਅਭੇਦ ਕਰ ਦੇਣਗੇ। ਬਾਣੀ ਕਹਿੰਦੀ ਹੈ, ਸੰਤ ਜਨਾ ਕੀ ਲੇਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ। ਸਾਧੂਆਂ ਦੀ ਮਤ ਲਓ। ਕਿਹੜੇ ਸੰਤ? ਜਿਹੜੇ ਗੁਰੂ ਨਾਨਕ ਸਾਹਿਬ ਨਾਲ, ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ। ਤੇ ਜਦੋਂ ਗੁਰਾਂ ਨਾਲ ਜੋੜ ਦੇਣ ਤੇ ਗੁਰੂ ਫਿਰ ਪਰਮਾਤਮਾ ਦਾ ਸਰਗੁਣ ਸਰੂਪ ਹੈ, ਉਹ ਨਿਰਗੁਣ ਸਰੂਪ ਨਾਲ ਅਕਾਲ ਪੁਰਖ ਨਾਲ ਜੋੜ ਦਿੰਦਾ ਹੈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਵਿਸ਼ਰਾਮ ਦੇ ਕੇ ਰਹਾਓ, ਮਨ ਅਰਪੋ ਧਨ ਰਾਖੋ ਆਗੈ, ਮਨ ਕੀ ਮਤ ਮੋਹੇ ਸਗਲ ਤਿਆਗੀ। ਇਹ ਮਨ ਜੋ ਫੁਰਨਿਆਂ ਦਾ ਘਰ ਹੈ, ਕਹਿੰਦੇ ਆਪਣਾ ਜਿਹੜਾ ਮਨ ਹੈ ਅਰਪਣ ਕਰ ਦਿਓ ਸਾਧੂਆਂ ਦੇ ਅੱਗੇ। ਭਾਵ ਆਪਣੀ ਮਤ ਛੱਡ ਕੇ ਸਾਧੂ ਦੀ ਮਤ ਲਓ, ਜੋ ਗੁਰੂ ਨਾਨਕ ਨਾਲ ਅਕਾਲ ਪੁਰਖ ਨਾਲ ਜੋੜਨ ਵਾਲੀ ਹੈ। ਅਰਪੋ ਦਾ ਮਤਲਬ ਕੀ ਹੈ? ਸੌਂਪ ਦੇਣਾ, ਭੇਟਾ ਰੱਖ ਦੇਣਾ। ਮਨ ਅਰਪਣ ਕਰਨਾ ਹੈ। ਤੇ ਕਹਿੰਦੇ ਪ੍ਰਮਾਤਮਾ ਨਾਲ ਮਿਲਾਉਣ ਵਾਲਾ ਸੰਤ ਮਿਲੇ ਤਾਂ ਸਹੀ ਧਨ ਵੀ ਅਰਪਣ ਕਰ ਦੇਵਾਂ, ਉਹਦੇ ਚਰਨਾਂ ਦੇ ਵਿੱਚ ਦੌਲਤ ਵੀ ਅਰਪਣ ਕਰ ਦੇਵਾਂ। ਅੱਗੇ ਕਹਿੰਦੇ ਨੇ, ਇਹ ਜਿਹੜੀ ਮੇਰੇ ਮਨ ਦੀ ਮੱਤ ਹੈ ਨਾ, ਮਨ ਮੱਤ ਕੀ ਹੁੰਦੀ ਹੈ? ਮਨ ਦਾ ਥਾਪਿਆ ਨਿਯਮ। ਗੁਰੂ ਦੀ ਮੱਤ ਨਹੀਂ ਮੰਨਣੀ, ਆਪਣੇ ਮਨ ਦੇ ਪਿੱਛੇ ਚੱਲਣਾ। ਤੇ ਮਨ ਕਦੇ ਵੀ ਨਹੀਂ ਚਾਹੁੰਦਾ ਦਲਿੱਦਰ ਚੋਂ ਬਾਹਰ ਨਿਕਲੇ, ਆਲਸ ਚੋਂ ਬਾਹਰ ਨਿਕਲੇ, ਰੱਬ ਦੇ ਗੀਤ ਗਾਵੇ। ਮਹਾਰਾਜ ਕਹਿੰਦੇ ਨੇ, ਭਾਈ ਮਨ ਮਤ ਛੱਡ ਦੇ। ਸਗਲ ਦਾ ਮਤਲਬ ਹੈ ਤਮਾਮ। ਜਿੰਨੇ ਵੀ ਤੇਰੇ ਮਨ ਦੇ ਫੁਰਨੇ ਨੇ ਉਹਨਾਂ ਨੂੰ ਸੰਕੋਚ ਕੇ ਸਾਧੂ ਦੀ ਮਤ ਲੈਣੀ ਕਰ। ਜਦੋਂ ਮਨ ਮਤ ਛੱਡ ਦਵੇਂਗਾ, ਆਪਾ ਤਿਆਗ ਦਵੇਂਗਾ। ਆਪਾ ਛੱਡ ਦਿੱਤਾ, ਮੈਂ ਛੱਡ ਦਿੱਤੀ। ਤੇ ਮਹਾਰਾਜ ਕਹਿੰਦੇ ਨੇ, ਸਾਧੂ ਤੈਨੂੰ ਆਪਣੀ ਮਤ ਬਖਸ਼ੇਗਾ। ਹੁਣ ਤੇਰੇ ਮਨ ਦਾ ਭਾਂਡਾ ਤੇ ਆਪਣੀ ਮਤ ਨਾਲ ਹੀ ਭਰਿਆ ਹੈ, ਤੇ ਸਾਧੂ ਦੀ ਮਤ ਕਿੱਥੇ ਟਿਕੇ? ਭਾਂਡੇ ਵਿੱਚ ਜੇ ਹੁਣ ਦੁੱਧ ਹੈ ਤੇ ਜਿੰਨਾ ਚਿਰ ਡੋਲੋਗੇ ਨਹੀਂ, ਮੱਖਣ ਕਿੱਥੋਂ ਆਵੇਗਾ? ਤੇ ਦੂਜਾ ਪਦਾਰਥ ਟਿਕਾਉਣ ਲਈ ਪਹਿਲਾਂ ਕੱਢਣਾ ਪੈਂਦਾ ਹੈ। ਮਨਮਤ ਝੂਠੀ ਸੱਚਾ ਸੋਏ, ਸਗਲ ਬਿਗੂਤੈ ਭਾਵੈ ਦੋਏ। ਜਿਹੜੇ ਮਨਮਤੀਏ ਨੇ ਉਹ ਕਾਫਰ ਨੇ, ਉਹ ਝੂਠੇ ਨੇ, ਉਹ ਗਾਫਲ ਨੇ। ਤੇ ਜਿਹੜੇ ਮਨ ਦੇ ਅੰਦਰ ਝੂਠ ਹੈ, ਮਨਮਤ ਹੈ, ਉੱਥੇ ਸੱਚ ਨਹੀਂ ਟਿਕਦਾ। ਰੱਬ ਦੇ ਗੀਤ ਨਹੀਂ ਉੱਥੇ ਟਿਕਦੇ, ਉਹ ਖਵਾਰ ਹੀ ਹੁੰਦੇ ਨੇ। ਜਪ ਤਪ ਸੰਜਮ ਪੁੰਨ ਸਭ ਹੋਮੋ, ਤਿਸ ਅਰਪੋ ਸਭ ਸੁਖ ਜਾਈ। ਏਕ ਨਿਮਖ ਪ੍ਰਦਰਸ਼ ਦਿਖਾਵੈ, ਤਿਸ ਸੰਤਨ ਕੇ ਬਲ ਜਾਈ। ਮਹਾਰਾਜ ਕੀ ਕਹਿੰਦੇ ਨੇ? ਸਮਝੋ। ਕਹਿੰਦੇ ਮੈਂ ਜਪ ਤਪ ਸੰਜਮ ਪੁੰਨ ਸਾਰੇ ਹੀ ਕਰਮ ਸਾਧੂ ਦੇ ਅੱਗੇ ਰੱਖ ਦੇਵਾਂ। ਔਰ ਜਦੋਂ ਤੁਸੀਂ ਅਰਪਣ ਕਰ ਦਿੱਤੇ, ਸੁਖ ਵੀ ਉਹਦੇ ਅੱਗੇ ਅਰਪਿਤ ਕਰ ਦਿੱਤੇ, ਸਹੂਲਤਾਂ ਵੀ ਉਹਦੇ ਅੱਗੇ ਅਰਪਿਤ ਕਰ ਦਿੱਤੀਆਂ, ਫਿਰ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਇੱਕ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਉਹ ਸਾਧੂ ਮੈਨੂੰ ਰੱਬ ਦੇ ਦਿਦਾਰੇ ਕਰਵਾ ਦਵੇ ਨਾ, ਮੈਂ ਆਪਣਾ ਸਿਰ ਵੀ ਉਹਦੇ ਤੋਂ ਵਾਰ ਦੇਵਾਂ। ਧਨ ਮਨ ਤੇ ਕੋਈ ਵੀ ਗੱਲ ਨਹੀਂ ਹੈ, ਸਿਰ ਵਾਰਨ ਦੀ ਬਾਤ ਕਰਦੇ ਨੇ। ਕਰੋ ਨਿਹੋਰਾ
ਬਹੁਤ ਬੇਨਤੀ ਸੇਵੋ ਦਿਨ ਰਹਿ ਨਾਈ, ਮਾਨ ਅਭਿਮਾਨ ਹਉ ਸਗਲ ਤਿਆਗੋਂ, ਜੋ ਪ੍ਰੇ ਬਾਤ ਸੁਣਾਈ। ਪਰਮਾਤਮਾ ਦੀ ਕੋਈ ਮੈਨੂੰ ਗੱਲ ਤੇ ਸੁਣਾਵੇ, ਮੈਂ ਤਰਲਾ ਲਵਾਂਗਾ, ਮੈਂ ਹੱਥ ਜੋੜਾਂਗਾ, ਨਿਮਰਤਾ ਵਿੱਚ ਆ ਜਾਵਾਂਗਾ, ਭਾਈ ਰਾਤ ਦਿਨ ਤੇਰੀ ਸੇਵਾ ਕਰੂੰ, ਬਸ ਰੱਬ ਦੇ ਗੀਤ ਸੁਣਾ ਮੈਨੂੰ, ਮੈਨੂੰ ਉਹਦੇ ਦਿਦਾਰੇ ਕਰਵਾ। ਅੱਗੇ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੋ ਪ੍ਰਭ ਕੀ ਹਰ ਕਥਾ ਸੁਣਾਵੈ, ਅਨ ਦਿਨ ਫਿਰੋ ਤਿਸ ਪਿਛੈ ਵੈਰਾਗੀ। ਇੱਥੇ ਪ੍ਰਭ ਲਫ਼ਜ਼ ਹੈ ਜਿਹਦੀ ਪ੍ਰਭਤਾ ਬੜੀ ਹੈ, ਵਡਿਆਈ ਬੜੀ ਹੈ। ਹਰ ਲਫ਼ਜ਼ ਹੈ ਜੋ ਹਰ ਲੈਂਦਾ ਹੈ ਸਾਡੇ ਦੁੱਖਾਂ ਨੂੰ, ਹਰਿਆਂ ਪਰਿਆਂ ਰੱਖਦਾ ਹੈ ਸਾਨੂੰ। ਕਥਾ ਦਾ ਮਤਲਬ ਹੁੰਦਾ ਹੈ ਵਿਆਖਿਆਨ, ਪ੍ਰਸੰਗ, ਬਿਆਨ ਕਰਨਾ ਪਰਮਾਤਮਾ ਦੀ ਵਡਿਆਈ ਨੂੰ, ਵਿਆਖਿਆ ਕਰਨੀ। ਕਹਿੰਦੇ ਕੋਈ ਸਾਧੂ ਉਹਦੀ ਕਥਾ ਸੁਣਾਵੇ ਮੈਨੂੰ, ਉਹਦੇ ਗੀਤ ਸੁਣਾਵੇ ਮੈਨੂੰ, ਤੇ ਮੈਂ ਉਸ ਸਾਧੂ ਦੇ ਪਿੱਛੇ ਵੈਰਾਗ ਵਿੱਚ ਦੌੜੀ ਫਿਰਾਂ। ਜਗਿਆਸੂ ਰੂਪ ਇਸਤਰੀ ਕਹਿੰਦੀ ਹੈ ਵੈਰਾਗ ਕੀ ਹੁੰਦਾ ਹੈ? ਸੰਸਾਰਕ ਇੱਛਾਵਾਂ ਅਤੇ ਵਿਸ਼ਿਆਂ ਤੋਂ ਆਪਣੇ ਮਨ ਨੂੰ ਮੋੜ ਲੈਣਾ, ਸੰਸਾਰ ਦਾ ਪ੍ਰੇਮ ਛੱਡ ਕੇ ਨਿਰੰਕਾਰ ਦਾ ਪ੍ਰੇਮ ਧਾਰ ਲੈਣਾ, ਇਹਨੂੰ ਵੈਰਾਗ ਕਹਿ ਦਿੰਦੇ ਨੇ। ਕਈ ਐਸੇ ਵੈਰਾਗੀ ਮਹਾਤਮਾ ਵੀ ਹੁੰਦੇ ਨੇ ਜਿਹੜੇ ਪਰਮਾਤਮਾ ਦੀ ਯਾਦ ਵਿੱਚ ਅੱਖਾਂ 'ਚੋਂ ਮੋਤੀ ਵੀ ਸੁੱਟਣ ਲੱਗ ਪੈਂਦੇ ਨੇ, ਕਿਉਂਕਿ ਉਹਨਾਂ ਨੂੰ ਤੇ ਹੀ ਐਸਾ ਹੁੰਦਾ ਹੈ। ਈਸ਼ਵਰ ਦੇ ਵਿਯੋਗ ਵਿੱਚ ਰੋਣ ਲੱਗ ਪੈਣਾ, ਇਹ ਵੈਰਾਗ ਹੈ। ਸਹਿਜ ਵੈਰਾਗ ਸਹਿਜੇ ਹੀ ਹਸਨਾ, ਸਹਿਜੇ ਚੂਪ ਸਹਿਜੇ ਹੀ ਜਪਨਾ। ਕਈ ਮਹਾਂਪੁਰਸ਼ ਅੱਖਾਂ 'ਚੋਂ ਹੰਝੂ ਕੇਰਨ ਲੱਗ ਪੈਂਦੇ ਨੇ ਉਹਦੇ ਵਿਛੋੜੇ ਦੀ ਯਾਦ ਵਿੱਚ। ਕਹਿੰਦੇ ਆਵੋ ਸੰਤ ਮੈਂ ਗਲ ਮੇ ਲਾਈਐ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਐ। ਹਰ ਕੇ ਸੰਤ ਮਿਲਹੋ ਮਨ ਦੇਵਾ, ਜੋ ਗੁਰ ਬਾਣੀ ਮੁਖ ਚਾਹੁੰਦਾ ਜੀਓ। ਮਹਾਂਪੁਰਸ਼ੋ ਮੈਨੂੰ ਚਰਨਾਂ ਵਿੱਚ ਜਗ੍ਹਾ ਦਿਓ, ਮੈਨੂੰ ਗਲ ਨਾਲ ਲਾ ਲਵੋ, ਮੇਰਾ ਪ੍ਰੀਤਮ ਅਕਾਲ ਪੁਰਖ ਉਹਦੀ ਮੈਨੂੰ ਕਥਾ ਸੁਣਾਓ। ਤੇ ਕਥਾ ਕਿਹੜਿਆਂ ਸੰਤਾਂ ਤੋਂ ਸੁਣਨੀ ਹੈ? ਕਿਹੜੇ ਪੂਰੇ ਸੰਤ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਗੁਰਬਾਣੀ ਮੁਖ ਚੌਦਾ ਜੀਓ, ਜਿਨ੍ਹਾਂ ਦੇ ਮੁਖਾਰ ਬਿੰਦ ਤੋਂ ਸਤਿਗੁਰਾਂ ਦੀ ਗੁਰਬਾਣੀ ਡੁੱਲ ਡੁੱਲ ਪੈਂਦੀ ਹੈ, ਜਿਹੜੇ ਸਤਿਗੁਰਾਂ ਦੀ ਬਾਣੀ ਰਾਹੀਂ ਰੱਬ ਦੇ ਗੀਤ ਗਾਉਂਦੇ ਨੇ, ਉਹ ਮਹਾਂਪੁਰਸ਼। ਸੋ ਇਹ ਆਪ ਹੀ ਸਮਝ ਲਿਓ ਵੀ ਕਿੰਨਾਂ ਦੀ ਸੰਗਤ ਕਰਕੇ ਰੱਬ ਮਿਲਦਾ। ਆ ਜਿਹੜੇ ਜੰਤਰ ਮੰਤਰ ਕੰਨਾਂ 'ਚ ਫੂਕਾ ਮਾਰਦੇ ਨੇ ਨਾ, ਅਸੀਂ ਜੋਤ ਵਿਖਾ ਦਿੰਦੇ, ਇਹਨਾਂ ਦੀ ਗੱਲ ਨਹੀਂ ਹੈ। ਜਿਹੜੇ ਆਪਣੀ ਵਡਿਆਈ ਨਹੀਂ ਕਰਦੇ, ਪਰਮਾਤਮਾ ਦੀ ਵਡਿਆਈ ਦੇ ਗੀਤ ਗਾਉਂਦੇ ਨੇ, ਉਹੀ ਪਰਮਾਤਮਾ ਤਾਈਂ ਪਹੁੰਚਾਉਣਗੇ। ਜਿਹੜੇ ਮੈਂ ਹੀ ਕਰਦੇ ਨੇ ਵੀ ਮੇਰੇ ਵਰਗਾ ਸੰਤ ਨਹੀਂ, ਮੇਰੇ ਵਰਗਾ ਗੁਰੂ ਪੀਰ ਨਹੀਂ, ਸਿੱਖਾ ਅਧੂਰੇ ਨੇ, ਉਹ ਆਪਣੇ ਨਾਲ ਹੀ ਜੋੜਨਗੇ, ਗੁਰੂ ਪਰਮੇਸ਼ਰ ਨਾਲ ਨਹੀਂ ਜੋੜ ਸਕਦੇ। ਸੋ ਇਹ ਧਿਆਨ ਰੱਖਿਓ, ਜਿੱਥੇ ਮੈਂ ਆ ਉੱਥੇ ਰੱਬ ਨਹੀਂ ਹੁੰਦਾ। ਹਰ ਜੀਓ ਹੰਕਾਰ ਨਾ ਭਾਵਈ, ਤੇ ਜਿਹੜੇ ਹਿਰਦੇ ਅੰਦਰ ਰੱਬ ਨਹੀਂ ਹੈ ਉਹ ਤੈਨੂੰ ਕੀ ਰੱਬ ਦੇ ਦਿਦਾਰੇ ਕਰਵਾਵੇਗਾ। ਸੋ ਉਹਨਾਂ ਮਹਾਂਪੁਰਸ਼ਾਂ ਕੋਲ ਬਹਿਣਾ ਜਿਨ੍ਹਾਂ ਦੇ ਗਲੂਏ 'ਚੋਂ ਬਾਣੀ ਚੱਲਦੀ ਹੈ, ਜੋ ਰੱਬ ਦੇ ਗੀਤ ਗਾਉਣ ਵਾਲੇ ਨੇ। ਭੱਜ ਮਿਲ ਸਾਧੂ ਸੰਗਤ ਜਨ ਕੀ, ਤਰ ਭੌਜਲ ਅਕਥ ਕਥਾ ਸੁਨ ਹਰ ਕੀ। ਸਾਧੂਆਂ ਦੀ ਸੰਗਤ 'ਚ ਬਹਿ, ਰੱਬ ਦੇ ਗੀਤ ਸੁਣ। ਕਹਿੰਦੇ ਤੂੰ ਇਸ ਭਵ ਸਾਗਰ ਤੋਂ, ਦੁੱਖਾਂ ਸੋਗਾਂ ਰੋਗਾਂ ਦੇ ਸਾਗਰ ਤੋਂ, ਵਿਕਾਰਾਂ ਦੇ ਸਾਗਰ ਤੋਂ ਪਾਰ ਲੰਘ ਜਾਵੇਂਗਾ। ਅੱਗੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਕਹਿੰਦੇ ਦੇਖ, ਜਿਹੜਾ ਪਰਮੇਸ਼ਵਰ ਹੈ ਨਾ, ਉਹ ਵੱਡਿਆਂ ਕਰਮਾਂ ਨਾਲ ਮਿਲਦਾ ਹੈ, ਚੰਗਿਆਂ ਕਰਮਾਂ ਨਾਲ ਮਿਲਦਾ ਹੈ। ਉਹਦੀ ਪ੍ਰਾਪਤੀ ਇੰਨੀ ਸੁਖਾਲੀ ਨਹੀਂ ਹੈ, ਇੰਨਾ ਸੌਖਾ ਨਹੀਂ ਹੈ ਪਰਮਾਤਮਾ ਨੂੰ ਪ੍ਰਗਟ ਕਰ ਲੈਣਾ, ਹਜੇ ਕਿ ਹਰ ਹਿਰਦੇ ਵਿੱਚ ਉਹ ਬੈਠਾ ਹੋਇਆ ਹੈ। ਫਿਰ ਮਹਾਰਾਜ ਉਹ ਪਰਮੇਸ਼ਵਰ ਕਿਵੇਂ ਮਿਲੇਗਾ? ਕਹਿੰਦੇ ਚੰਗੇ ਕਰਮ ਹੋਣ। ਦੂਸਰਾ ਅਰਥ ਇਹ ਹੈ ਚੰਗੇ ਭਾਗ ਹੋਣ ਤੇ
ਪੁਰਖ ਰਸਕ ਵੈਰਾਗੀ, ਰੱਬ ਦੇ ਰਸ ਨੂੰ ਮੰਨਣ ਵਾਲਾ ਵੈਰਾਗੀ ਸੰਤ ਤੁਹਾਨੂੰ ਮਿਲੇਗਾ, ਤੁਹਾਨੂੰ ਉਹਦੀ ਪ੍ਰਾਪਤੀ ਹੋਵੇਗੀ। ਤੀਸਰਾ ਭਾਵ ਇਹਦਾ ਇਹ ਹੈ, ਪਰਮ ਈਸ਼ਵਰ ਦੀ ਬਖਸ਼ੀ ਹੋਈ ਸਮੁੱਚੀ ਅਜ਼ਮਤ ਦਾ ਮਾਲਕ ਪੁਰਖੋਤਮ, ਹਰ ਜ਼ਰੇ ਵਿੱਚ ਮੌਜੂਦ ਖੁਦਾਇਆ ਦਾ ਸਰਗੁਣ ਸਰੂਪ ਗੁਰੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਪੂਰਬਲੇ ਕਰਮ ਚੰਗੇ ਹੋਣ। ਪੂਰਬਲੇ ਕਰਮ ਕੀ ਹੁੰਦੇ ਨੇ? ਹੁਣ ਤੋਂ ਪਹਿਲਾਂ ਜੋ ਪਿੱਛੇ ਕਰਮ ਕੀਤੇ ਨੇ, ਸਵੇਰੇ ਕੀਤੇ ਨੇ, ਕੱਲ ਕੀਤੇ ਨੇ, ਪਰਸੋਂ ਕੀਤੇ ਸਨ, ਮਹੀਨਾ ਪਹਿਲਾਂ, ਸਾਲ ਪਹਿਲਾਂ, ਬਚਪਨ ਵਿੱਚ, ਪਿਛਲੇ ਜਨਮਾਂ ਵਿੱਚ, ਇਹ ਸਾਰੇ ਪੂਰਬਲੇ ਕਰਮ ਨੇ। ਸੋ ਕਹਿੰਦੇ ਜੇ ਤੇਰੇ ਪੂਰਬਲੇ ਕਰਮ ਜਾਗਣ, ਪ੍ਰਥਮ ਕਰਮ ਜਾਗਣ, ਪਿਛਲੇ ਭਾਗ ਜਾਗਣ, ਫਿਰ ਤੈਨੂੰ ਗੁਰੂ ਮਿਲੇਗਾ, ਸੰਤ ਮਿਲੇਗਾ, ਪਰਮੇਸ਼ਵਰ ਮਿਲੇਗਾ, ਫਿਰ ਤੈਨੂੰ ਪ੍ਰਾਪਤੀ ਹੋਵੇਗੀ। ਅੰਕੁਰ ਕਹਿੰਦੇ ਨੇ ਜਿਵੇਂ ਬੀਜ ਚੋਂ ਕੋਈ ਪੌਦਾ ਫੁੱਟਦਾ ਹੈ ਨਾ, ਇਉਂ ਤੇਰੇ ਪੁਰਾਣੇ ਕਰਮਾਂ ਦਾ ਫਲ ਜੇ ਪ੍ਰਗਟ ਹੋ ਗਿਆ, ਜੋ ਸਾਰੀ ਲੁਕਾਈ ਅੰਦਰ ਸੁਭਾਏਮਾਨ ਵਿਆਪਕ ਪੂਰਨ ਪੁਰਸ਼ ਹੈ, ਉਹਦੀ ਫਿਰ ਤੈਨੂੰ ਪ੍ਰਾਪਤੀ ਹੋਵੇਗੀ, ਜੋ ਰਸਾਂ ਦਾ ਸੁੱਖਾਂ ਦਾ ਘਰ ਹੈ। ਮਹਾਰਾਜ ਨੇ ਨਾ ਸਾਫ਼ ਕਿਹਾ ਹੈ, ਸਾਧ ਮਿਲੈ ਪੂਰਬ ਸੰਜੋਗ। ਵੱਡਿਆਂ ਕਰਮਾਂ ਨਾਲ ਸੰਤ ਮਿਲਦੇ ਨੇ। ਜਦੋਂ ਸੰਤ ਮਿਲ ਜਾਵੇ ਕਹਿੰਦੇ ਤਿਸ ਮਿਲਿਆ ਜਿਸ ਪੁਰਬ ਕਮਾਈ, ਜਾਂ ਕੈ ਗ੍ਰਹਿ ਨਵ ਨਿਧ ਹਰ ਭਾਈ। ਫਿਰ ਉਹਨਾਂ ਦੀ ਸੰਗਤ ਵਿੱਚ ਤੈਨੂੰ ਪੂਰਾ ਗੁਰੂ ਮਿਲੇਗਾ। ਤੇ ਜਦੋਂ ਤੈਨੂੰ ਪੂਰਾ ਗੁਰੂ ਸਿੱਖਾ ਮਿਲ ਗਿਆ ਤੇ ਪੂਰੇ ਗੁਰੂ ਦੀ ਚਰਨ ਸ਼ਰਨ ਵਿੱਚੋਂ ਪਰਮਾਤਮਾ ਮਿਲੇਗਾ। ਅਖੀਰਲੀ ਪੰਕਤੀ ਹੈ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਅਗਿਆਨ ਦਾ ਅੰਧੇਰਾ, ਵਿਕਾਰਾਂ ਦਾ ਅੰਧੇਰਾ, ਰੋਗ ਸੋਗ ਦਾ ਅੰਧੇਰਾ ਮੇਰੇ ਅੰਦਰੋਂ ਮਿਟ ਗਿਆ। ਸੋਈ ਜਾਗੀ ਦਾ ਭਾਵ ਹੈ ਇਹ ਸਾਡਾ ਜੋ ਅੰਦਰ ਅਗਿਆਨ ਦੀ ਨੀਂਦ ਵਿੱਚ ਜਨਮਾਂ ਜਨਮੰਤਰਾਂ ਤੋਂ ਸੁੱਤਿਆ ਸੀ, ਉਹ ਜਾਗਿਆ। ਸਾਧੂ ਦੇ ਰਾਹੀਂ ਗੁਰੂ ਤੱਕ ਪਹੁੰਚੇ। ਬਾਜ ਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰ ਹੈ ਪੁਕਾਰਾ। ਜੇ ਗੁਰੂ ਨਾ ਮਿਲਿਆ ਅਗਿਆਨ ਨਹੀਂ ਛੱਡੇਗਾ, ਵਿਕਾਰਾਂ ਦਾ ਅੰਧਕਾਰ ਨਹੀਂ ਛੱਡੇਗਾ, ਰੋਗ ਸੋਗ ਨਹੀਂ ਛੱਡਣਗੇ, ਜਮ ਨਹੀਂ ਛੱਡੇਗਾ। ਜੇ ਗੁਰੂ ਗਿਆ ਮਿਲ, ਤੇ ਬਾਣੀ ਕਹਿੰਦੀ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੰਤ ਮਿਲਿਆ, ਭਾਈ ਰੇ ਸੰਤ ਜਨਾ ਕੀ ਰੇਣ, ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ। ਸੰਤ ਦੀ ਸਭਾ ਚੋਂ ਗੁਰੂ ਮਿਲਿਆ ਤੇ ਗੁਰੂ ਦੀ ਸੰਗਤ ਦੇ ਵਿੱਚੋਂ ਪਰਮੇਸ਼ਵਰ ਮਿਲਿਆ, ਤੇ ਪਰਮੇਸ਼ਵਰ ਨੇ ਫਿਰ ਤੁਹਾਨੂੰ ਰੋਗ ਸੋਗ ਤੋਂ ਨਿਜਾਤ ਦੇ ਦਿੱਤੀ, ਲਿਬਰੇਸ਼ਨ ਦੇ ਦਿੱਤੀ, ਮੁਕਤੀ ਦੇ ਦਿੱਤੀ। ਇਉਂ ਤਰੀਕਾ ਹੈ ਪਰਮੇਸ਼ਵਰ ਦੀ ਪ੍ਰਾਪਤੀ ਦਾ। ਆਓ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਲੜ ਲੱਗੀਏ, ਖੰਡੇ ਦੀ ਪੌਲ ਛਕੀਏ, ਗੁਰੂ ਗ੍ਰੰਥ ਸਾਹਿਬ ਨੂੰ ਮੁਰਸ਼ਦ ਧਾਰ ਕੇ ਆਪਣਾ ਜੀਵਨ ਸਫਲਾ ਕਰੀਏ ਜੀ। ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਦਾ ਧੰਨਵਾਦ। ਗੁਰੂ ਸਾਹਿਬ ਦੇ ਦਰ ਉੱਪਰ ਸੇਵਾ ਕਰਨ ਵਾਲੇ ਗੁਰੂ ਕੇ ਗ੍ਰੰਥੀ ਸਿੰਘ ਸੇਵਾਦਾਰਾਂ ਦਾ ਧੰਨਵਾਦ। ਦਿੱਲੀ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ। ਖੁਦ ਖੁਦਾ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਔਰ ਇੱਥੇ ਮੁੱਖ ਗ੍ਰੰਥੀ ਦੀ ਸੇਵਾ ਨਿਭਾ ਰਹੇ ਗਿਆਨੀ ਹਰਨਾਮ ਸਿੰਘ ਜੀ, ਤਿੰਨਾਂ ਦਾ ਵੀ ਧੰਨਵਾਦ ਹੈ। ਸੋ ਵੱਧ ਚੜ ਕੇ ਸੇਵਾਵਾਂ ਵਿੱਚ ਹਿੱਸੇ ਪਾਇਆ ਕਰੋ, ਆਪਣੀ ਕਿਰਤ ਨੂੰ ਜੀਵਨ ਨੂੰ ਸਫਲਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥ ਦੀ ਅਜ਼ੀਮ ਸ਼ਖਸੀਅਤ, ਪੰਥ ਪ੍ਰਸਿੱਧ ਵਿਦਵਾਨ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ, ਮੁਖੀ ਸੰਪਰਦਾਇ ਬਾਬਾ ਵਿਧੀ ਚੰਦ ਜੀ, 2 ਦਿਨ ਕਥਾ ਦੀ ਸੇਵਾਵਾਂ ਨਿਭਾਈਆਂ ਨੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਬੱਤ ਸੰਗਤ ਵੱਲੋਂ ਧੰਨਵਾਦੀ ਹਾਂ। ਆਉਣ ਵਾਲੇ ਟਾਈਮ ਵਿੱਚ ਵੀ ਜਦ ਵੀ ਸਮਾਂ ਬਣੇ ਜ਼ਰੂਰ ਆ ਕੇ ਕਥਾ ਦੀਆਂ ਸੇਵਾਵਾਂ ਨਿਭਾ ਕੇ ਸੰਗਤਾਂ ਨੂੰ ਨਿਹਾਲ ਕਰਨ। ਇਹਨਾਂ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਹੈ।